For today meditation, we are going to meditate the few words. आज ਦੇ ਧਿਆਨ ਦੇ ਲਈ ਕੁਝ ਵਚਨ ਪੜਾਂਗੇ। Psalms 52 chapters 8th verse. ਜ਼ਬੂਰ 52 ਦਾ 8 ਵਚਨ। Psalm 52 8. ਜ਼ਬੂਰ 52 ਦਾ 8 ਵਚਨ। ਪਰ ਮੈਂ ਤਾਂ ਪਰਮੇਸ਼ਰ ਦੇ ਘਰ ਵਿੱਚ ਜੈਤੂਨ ਦੇ ਹਰੇ ਭਰੇ ਬਿਰਛ ਵਰਗਾ ਹਾਂ। ਮੈਂ ਪਰਮੇਸ਼ਰ ਦੀ ਦਇਆ ਉਤੇ ਸਦਾ ਹੀ ਭਰੋਸਾ ਰੱਖਿਆ ਹੈ। But I am like a green olive tree in the house of God. I trust in the mercy of God forever and ever. Praise the Lord. ਪਰਮੇਸ਼ਰ ਦੇ ਨਾਮ ਦੀ ਤਾਰੀਫ ਹੋਏ। Luke 23rd chapter 31 verse. ਲੂਕਾ ਦੀ ਇੰਜੀਲ 23 ਅਧਿਆਇ ਉਸ 31 ਵਚਨ। 31 Luke 23:31. ਕਿਉਂ ਜੋ ਜਾਂ ਹਰੇ ਰੁੱਖ ਨਾਲ ਇਹ ਕਰਦੇ ਹਨ ਤਾਂ ਸੁੱਕੇ ਨਾਲ ਕੀ ਨਾ ਹੋਵੇਗਾ। For if they do these things in a green tree, what shall be done in the dry? Praise the Lord. ਪਰਮੇਸ਼ਰ ਦੇ ਨਾਮ ਦੀ ਤਾਰੀਫ ਹੋਏ। Here we are seeing that psalmists say that I will be a green olive tree in the house of God. ਇੱਥੇ ਅਸੀਂ ਵੇਖਦੇ ਹਾਂ ਕਿ ਜ਼ਬੂਰ ਲਿਖਣ ਵਾਲਾ ਕਹਿੰਦਾ ਹੈ ਕਿ ਪਰ ਮੈਂ ਤਾਂ ਪਰਮੇਸ਼ਰ ਦੇ ਘਰ ਵਿੱਚ ਜ਼ੈਤੂਨ ਦੇ ਹਰੇ ਭਰੇ ਬਿਰਛ ਵਰਗਾ ਹਾਂ। Every believer and worker is a green olive tree in the house of God. ਹਰੇਕ ਸੇਵਕ ਅਤੇ ਵਿਸ਼ਵਾਸੀ ਪਰਮੇਸ਼ਰ ਦੇ ਘਰ ਵਿੱਚ ਹਰੇ ਭਰੇ ਜ਼ੈਤੂਨ ਦੇ ਰੁੱਖ ਵਰਗਾ ਹੈ। That's why we have to desire that I must be a green olive tree in the house of God. ਇਸੇ ਕਰਕੇ ਸਾਨੂੰ ਇਹ ਖੁਆਇਸ਼ ਰੱਖਣੀ ਚਾਹੀਦੀ ਹੈ ਕਿ ਮੈਂ ਪਰਮੇਸ਼ਰ ਦੇ ਘਰ ਵਿੱਚ ਹਰੇ ਭਰੇ ਜ਼ੈਤੂਨ ਦੇ ਰੁੱਖ ਵਰਗਾ ਹੋਣਾ ਚਾਹੀਦਾ। Every time we must become a greenish, flourish, and it must be a blessing for so many people. ਅਸੀਂ ਹਮੇਸ਼ਾ ਹਰੇ ਭਰੇ ਖੁਸ਼ਹਾਲ ਅਤੇ ਦੂਜਿਆਂ ਦੇ ਲਈ ਬਰਕਤਦਾਇਕ ਹੋਣੇ ਚਾਹੀਦੇ ਹਾਂ। Green olive tree in the house of God. ਪਰਮੇਸ਼ਰ ਦੇ ਘਰ ਵਿੱਚ ਜ਼ੈਤੂਨ ਦੇ ਹਰੇ ਭਰੇ ਬਿਰਛ ਵਰਗਾ। We should not be dry tree. ਸਾਨੂੰ ਸੁੱਕਾ ਰੁੱਖ ਨਹੀਂ ਹੋਣਾ ਚਾਹੀਦਾ। We should not be cut off tree. ਅਸੀਂ ਕੱਟਿਆ ਹੋਇਆ ਰੁੱਖ ਨਹੀਂ ਹੋਣਾ ਚਾਹੀਦੇ। But we must be a green tree in the house of God. ਪਰ ਅਸੀਂ ਪਰਮੇਸ਼ਰ ਦੇ ਘਰ ਦੇ ਵਿੱਚ ਇੱਕ ਹਰੇ ਭਰੇ ਬਿਰਛ ਵਰਗੇ ਹੋਣੇ ਚਾਹੀਦੇ ਹਾਂ। For today meditation, ਅੱਜ ਦੇ ਧਿਆਨ ਦੇ ਲਈ Lord Jesus Christ told that if they do these things to green tree, what about the dry tree? ਉਸ ਦੇ ਲਈ ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿਉਂਕਿ ਜਾਂ ਹਰੇ ਰੁੱਖ ਨਾਲ ਇਹ ਕਰਦੇ ਹਨ ਤਾਂ ਸੁੱਕੇ ਨਾਲ ਕੀ ਨਾ ਹੋਵੇਗਾ। That's why read once again Luke 23:31. ਇੱਕ ਵਾਰ ਫਿਰ ਪੜਾਂਗੇ ਲੂਕਾ ਦੀ ਇੰਜੀਲ 23 ਅਧਿਆਇ 31 ਵਚਨ। ਕਿਉਂਕਿ ਜਾਂ ਹਰੇ ਰੁੱਖ ਨਾਲ ਇਹ ਕਰਦੇ ਹਨ ਤਾਂ ਸੁੱਕੇ ਨਾਲ ਕੀ ਨਾ ਹੋਵੇਗਾ। For if they do these things in a green tree, what shall be done in the dry? Once again. ਇੱਕ ਵਾਰ ਫਿਰ ਕਿਉਂਕਿ ਜਾਂ ਹਰੇ ਰੁੱਖ ਨਾਲ ਇਹ ਕਰਦੇ ਹਨ ਤਾਂ ਸੁੱਕੇ ਨਾਲ ਕੀ ਨਾ ਹੋਵੇਗਾ। For if they do these things in a green tree, what shall be done in the dry? Lord Jesus Christ is a green tree. ਪ੍ਰਭੂ ਯਿਸੂ ਮਸੀਹ ਹਰਾ ਭਰਾ ਰੁੱਖ ਹੈ। So people make him to suffer until he die on the cross. ਲੋਕਾਂ ਨੇ ਜਦ ਤੱਕ ਉਹ ਕਲਵਰੀ ਕਰੂਸ ਤੇ ਉੱਤੇ ਮਰ ਨਹੀਂ ਗਿਆ ਉਸ ਨੂੰ ਦੁੱਖ ਦਿੱਤਾ। That's why Lord told that if these people doing these things to the green tree, what about the dry tree? ਇਸੇ ਲਈ ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿਉਂਕਿ ਜਾਂ ਹਰੇ ਰੁੱਖ ਨਾਲ ਇਹ ਕਰਦੇ ਹਨ ਤਾਂ ਸੁੱਕੇ ਨਾਲ ਕੀ ਨਾ ਹੋਵੇਗਾ। Dear child of God, green tree is the Lord Jesus Christ. ਪਰਮੇਸ਼ਰ ਦੇ ਪਿਆਰੇ ਬੱਚਿਓ ਹਰਾ ਰੁੱਖ ਪ੍ਰਭੂ ਯਿਸੂ ਮਸੀਹ ਹੈ। Dry tree means who are not received the Holy Spirit,
who are not anointed people, they are a dry tree. ਸੁੱਕੇ ਰੁੱਖ ਦਾ ਮਤਲਬ ਜਿਨ੍ਹਾਂ ਨੇ ਪਵਿੱਤਰ ਆਤਮਾ ਪ੍ਰਾਪਤ ਨਹੀਂ ਕੀਤਾ, ਜਿਹੜੇ ਪਰਮੇਸ਼ਰ ਦੇ ਵੱਲੋਂ ਮਸਾ ਨਹੀਂ ਕੀਤੇ ਗਏ, ਉਹ ਸੁੱਕੇ ਰੁੱਖ ਹਨ। Today you have to understand that what are the sufferings we have in this world for the name of Jesus Christ. ਅੱਜ ਤੁਸੀਂ ਇਹ ਸਮਝਣਾ ਹੈ ਕਿ ਇਸ ਸੰਸਾਰ ਦੇ ਵਿੱਚ ਪ੍ਰਭੂ ਯੀਸ਼ੂ ਮਸੀਹ ਦੀ ਖਾਤਰ ਸਾਡੇ ਲਈ ਕਿਹੜੇ-ਕਿਹੜੇ ਦੁੱਖ ਹਨ। They won't leave the Lord Jesus. How can leave you and me? ਤੇ ਉਹਨਾਂ ਨੇ ਪ੍ਰਭੂ ਯੀਸ਼ੂ ਮਸੀਹ ਨੂੰ ਨਹੀਂ ਛੱਡਿਆ ਤੇ ਉਹ ਤੁਹਾਨੂੰ ਤੇ ਮੈਨੂੰ ਕਿਸ ਤਰ੍ਹਾਂ ਛੱਡਣਗੇ? Dear child of God, in the world we have the sufferings and we have to suffer for Christ. ਪਰਮੇਸ਼ਰ ਦੇ ਪਿਆਰਿਓ, ਇਸ ਸੰਸਾਰ ਦੇ ਵਿੱਚ ਸਾਡੇ ਲਈ ਦੁੱਖ ਹੈ, ਕਲੇਸ਼ ਹੈ, ਅਤੇ ਇਸ ਸੰਸਾਰ ਦੇ ਵਿੱਚ ਅਸੀਂ ਪ੍ਰਭੂ ਯੀਸ਼ੂ ਮਸੀਹ ਦੇ ਲਈ ਦੁੱਖ ਉਠਾਣਾ ਹੈ। So believers, there is the Holy Spirit. If you receive the Holy Spirit, you are the green tree. ਇਸ ਕਰਕੇ ਵਿਸ਼ਵਾਸੀਆਂ ਦੇ ਲਈ ਜੇਕਰ ਤੁਸੀਂ ਪਵਿੱਤਰ ਆਤਮਾ ਪ੍ਰਾਪਤ ਕੀਤਾ ਹੈ ਤਾਂ ਤੁਸੀਂ ਹਰੇ ਭਰੇ ਰੁੱਖ ਹੋ। Those days, dry tree, Lord compared to the disciple and the believers who are not received the Holy Spirit. ਉਹਨਾਂ ਦਿਨਾਂ ਦੇ ਵਿੱਚ ਪ੍ਰਭੂ ਯੀਸ਼ੂ ਮਸੀਹ ਨੇ ਸੁੱਕੇ ਰੁੱਖ ਦੀ ਤੁਲਨਾ ਆਪਣੇ ਚੇਲਿਆਂ ਦੇ ਨਾਲ ਕੀਤੀ ਅਤੇ ਉਹ ਵਿਸ਼ਵਾਸੀ ਜਿਨ੍ਹਾਂ ਨੇ ਪਵਿੱਤਰ ਆਤਮਾ ਪ੍ਰਾਪਤ ਨਹੀਂ ਕੀਤਾ। Where there is no Holy Spirit, there we are seeing that dry tree only. ਅਤੇ ਜਿੱਥੇ ਕਿਤੇ ਪਵਿੱਤਰ ਆਤਮਾ ਨਹੀਂ ਹੈ ਉੱਥੇ ਅਸੀਂ ਉਹਨਾਂ ਨੂੰ ਸੁੱਕੇ ਰੁੱਖ ਦੀ ਤਰ੍ਹਾਂ ਵੇਖ ਸਕਦੇ ਹਾਂ। Lord Jesus Christ suffered on the cross and he suffered so many ways and he never opened his mouth. ਪ੍ਰਭੂ ਯੀਸ਼ੂ ਮਸੀਹ ਨੇ ਸਲੀਬ ਦੇ ਉੱਤੇ ਦੁੱਖ ਉਠਾਇਆ, ਹੋਰ ਵੀ ਕਈ ਤਰੀਕਿਆਂ ਦੇ ਨਾਲ ਉਸਨੇ ਦੁੱਖ ਉਠਾਇਆ, ਪਰ ਉਸਨੇ ਕਦੇ ਵੀ ਆਪਣਾ ਮੂੰਹ ਨਹੀਂ ਖੋਲਿਆ। Dear child of God, when we go through the sufferings, we should not open our mouth. ਪਰਮੇਸ਼ਰ ਦੇ ਪਿਆਰੇ ਬੱਚਿਓ, ਜਦੋਂ ਅਸੀਂ ਦੁੱਖਾਂ ਦੇ ਵਿੱਚੋਂ ਦੀ ਜਾਂਦੇ ਹਾਂ ਤਾਂ ਸਾਨੂੰ ਆਪਣਾ ਮੂੰਹ ਨਹੀਂ ਖੋਲਣਾ ਚਾਹੀਦਾ। So many people, they murmur and they will talk evil and they are abusing even the Lord also. ਬਹੁਤ ਸਾਰੇ ਲੋਕ ਬੁੜਬੁੜਾਉਂਦੇ ਹਨ, ਬੁਰਾ ਬੋਲਦੇ ਹਨ, ਇੱਥੋਂ ਤੱਕ ਕਿ ਪ੍ਰਭੂ ਯੀਸ਼ੂ ਮਸੀਹ ਦੇ ਲਈ ਵੀ ਗੰਦੇ ਸ਼ਬਦਾਂ ਦਾ ਇਸਤੇਮਾਲ ਕਰਦੇ ਹਨ। But they never want to suffer in their life. ਪਰ ਉਹ ਕਦੇ ਵੀ ਆਪਣੇ ਜੀਵਨ ਦੇ ਵਿੱਚ ਦੁੱਖ ਨਹੀਂ ਉਠਾਉਣਾ ਚਾਹੁੰਦੇ। But according to the Bible, we need the sufferings in our life. ਪਰ ਬਾਈਬਲ ਦੇ ਅਨੁਸਾਰ ਸਾਨੂੰ ਸਾਡੇ ਜੀਵਨ ਦੇ ਵਿੱਚ ਦੁੱਖ ਚਾਹੀਦੇ ਹਨ। Nowadays, so many children of God, they want to live luxurious life, comfortable life, and they want to live in the pleasure only. ਇਹਨਾਂ ਦਿਨਾਂ ਦੇ ਵਿੱਚ ਪਰਮੇਸ਼ਰ ਦੇ ਬਹੁਤ ਸਾਰੇ ਬੱਚੇ ਇੱਕ ਵਿਲਾਸਤਾ ਵਾਲਾ ਆਰਾਮਦਾਇਕ ਅਤੇ ਆਨੰਦਮਈ ਜੀਵਨ ਬਤੀਤ ਕਰਨਾ ਚਾਹੁੰਦੇ ਹਨ। They don't want to suffer in their body. ਉਹ ਆਪਣੇ ਸਰੀਰ ਦੇ ਵਿੱਚ ਦੁੱਖ ਨਹੀਂ ਉਠਾਉਣਾ ਚਾਹੁੰਦੇ। But Lord Jesus Christ suffered in his body for your sake and my sake. ਪਰ ਪ੍ਰਭੂ ਯੀਸ਼ੂ ਮਸੀਹ ਨੇ ਆਪਣੇ ਸਰੀਰ ਦੇ ਵਿੱਚ ਤੁਹਾਡੀ ਅਤੇ ਮੇਰੀ ਖਾਤਰ ਦੁੱਖ ਉਠਾਇਆ। In our lives, we have to suffer for Christ's sake. ਅਤੇ ਅਸੀਂ ਆਪਣੇ ਜੀਵਨ ਦੇ ਵਿੱਚ ਮਸੀਹ ਦੀ ਖਾਤਰ ਦੁੱਖ ਉਠਾਣਾ ਹੈ। What says 1 Peter 4 chapter 1 and 2 verses? ਪਹਿਲਾ ਪਤਰਸ ਚੌਥਾ ਅਧਿਆਇ ਪਹਿਲੇ ਤੇ ਦੂਜੇ ਵਚਨ ਦੇ ਵਿੱਚ ਸੰਤ ਪਤਰਸ ਕੀ ਕਹਿੰਦੇ ਹਨ? ਸੋ ਜਦੋਂ ਮਸੀਹ ਨੇ ਸਰੀਰ ਵਿੱਚ ਦੁੱਖ ਝੱਲਿਆ ਤਾਂ ਤੁਸੀਂ ਵੀ ਉਸੇ ਮਨਸ਼ਾ ਦੇ ਹਥਿਆਰ ਬਣੋ, ਕਿਉਂਕਿ ਜਿਹਨੇ ਸਰੀਰ ਵਿੱਚ ਦੁੱਖ ਝੱਲਿਆ ਉਹ ਪਾਪ ਤੋਂ ਰਹਿਤ ਹੋਇਆ। ਭਈ ਤੁਸੀਂ ਅਗਾਹਾਂ ਨੂੰ ਮਨੁੱਖਾਂ ਦੀਆਂ ਕਾਮਨਾ ਦੇ ਅਨੁਸਾਰ ਨਹੀਂ, ਸਗੋਂ ਪਰਮੇਸ਼ਰ ਦੀ ਇੱਛਾ ਦੇ ਅਨੁਸਾਰ ਸਰੀਰ ਵਿੱਚ ਆਪਣੀ ਬਾਕੀ ਦੀ ਉਮਰ ਕੱਟੋ। For as much then as Christ hath suffered for us in the flesh, arm yourselves likewise with the same mind. For he that hath suffered in the flesh hath ceased from sin, that he no longer should live the rest of his time in the flesh to the lust of men, but to the will of God. 1 Thessalonians 3rd chapter 1 to 3 verses. ਪਹਿਲਾ ਥੈਸਲੋਨੀਕੀਆਂ ਤੀਜਾ ਅਧਿਆਇ 1 ਤੋਂ ਲੈ ਕੇ 3 ਵਚਨ। ਇਸ ਕਾਰਨ ਜਾਂ ਅਸੀਂ ਹੋਰ ਚੱਲ ਨਾ ਸਕੇ ਤਾਂ ਅਥੇਨੇ ਵਿੱਚ ਇਕੱਲੇ ਹੀ ਰਹਿ ਜਾਣ ਨੂੰ ਚੰਗਾ ਜਾਣਿਆ ਅਤੇ ਤਿਮੋਥੀਅਸ ਨੂੰ ਘੱਲਿਆ, ਜਿਹੜਾ ਸਾਡਾ ਭਰਾ ਤੇ ਮਸੀਹ ਦੀ ਖੁਸ਼ਖਬਰੀ ਦੇ ਕੰਮ ਵਿੱਚ ਪਰਮੇਸ਼ਰ ਦਾ ਸੇਵਕ ਹੈ। ਭਈ ਉਹ ਤੁਹਾਨੂੰ ਤਕੜਿਆਂ ਕਰੇ ਅਤੇ ਤੁਹਾਡੀ ਨੇਚਾ ਦੇ ਵਿਖੇ ਤੁਹਾਨੂੰ ਤਸੱਲੀ ਦੇਵੇ, ਤਾਂ ਜੋ ਇਹਨਾਂ ਬਿਪਤਾਂ ਕਰਕੇ ਕੋਈ ਡੋਲ ਨਾ ਜਾਵੇ, ਕਿਉਂ ਜੋ ਤੁਸੀਂ ਆਪ ਜਾਣਦੇ ਹੋ ਭਈ ਅਸੀਂ ਇਸੇ ਲਈ ਥਾਪੇ ਹੋਏ ਹਾਂ।
Wherefore, when we could no longer forbear, we thought it good to be left at Athens alone, and sent Timotheus, our brother and minister of God, and our fellow laborer in the gospel of Christ, to establish you and to comfort you concerning your faith, that no man should be moved by these afflictions, for yourselves know that we are appointed thereunto. We are appointed thereunto. ਅਸੀਂ ਇਸੇ ਲਈ ਥਾਪੇ ਹੋਏ ਹਾਂ। Lord kept some sufferings in our life. ਪਰਮੇਸ਼ਰ ਨੇ ਸਾਡੇ ਜੀਵਨ ਦੇ ਵਿੱਚ ਕੁਝ ਦੁੱਖ ਰੱਖੇ ਹੋਏ ਹਨ। When Lord caught the Paul, who was Saul, that time God told that how many sufferings he have to suffer, I will show him. ਜਦ ਪ੍ਰਭੂ ਯੀਸ਼ੂ ਮਸੀਹ ਨੇ ਸੌਲਸ ਨੂੰ, ਜੋ ਬਾਅਦ ਵਿੱਚ ਪੌਲਸ ਬਣਿਆ, ਉਸ ਨੂੰ ਪਕੜਿਆ, ਤਾਂ ਪ੍ਰਭੂ ਨੇ ਉਸ ਦੇ ਵਿਖੇ ਕਿਹਾ ਕਿ ਤੁਹਾਨੂੰ ਪਤਾ ਹੈ ਕਿ ਉਹ ਮੇਰੀ ਖਾਤਰ ਕਿੰਨੇ ਦੁੱਖਾਂ ਨੂੰ ਸਹੇਗਾ। Lord told to the Ananias that I will show him how much he have to suffer. ਪਰ ਮੈਂ ਪ੍ਰਭੂ ਨੇ ਹਨਾਨਿਆ ਨੂੰ ਕਿਹਾ ਕਿ ਤੂੰ ਜਾਣਦਾ ਹੈ ਕਿ ਉਹ ਮੇਰੇ ਲਈ ਕਿੰਨੇ ਦੁੱਖ ਝੱਲੇਗਾ। God told to Ananias about the Paul. ਪਰਮੇਸ਼ਰ ਨੇ ਹਨਾਨਿਆ ਨੂੰ ਪੌਲਸ ਦੇ ਬਾਰੇ ਕਿਹਾ, I will show him how much he must suffer. ਮੈਂ ਤੈਨੂੰ ਦਿਖਾਵਾਂਗਾ ਕਿ ਉਹ ਮੇਰੇ ਲਈ ਕਿੰਨੇ ਦੁੱਖ ਉਠਾਏਗਾ। Thessalonians and Paul says that we are appointed for the sufferings. ਥੈਸਲੋਨੀਕੀਆਂ ਦੇ ਵਿੱਚ ਸੰਤ ਪੌਲਸ ਕਹਿੰਦੇ ਹਨ ਕਿ ਅਸੀਂ ਇਸੇ ਲਈ ਥਾਪੇ ਹੋਏ ਹਾਂ। Some people, some believers, if they hear the sufferings, they will run away far away from the Lord. ਅਤੇ ਕੁਝ ਲੋਕ, ਕੁਝ ਵਿਸ਼ਵਾਸੀ, ਜੇਕਰ ਉਹ ਦੁੱਖਾਂ ਦੇ ਬਾਰੇ ਸੁਣਦੇ ਹਨ ਤਾਂ ਉਹ ਪ੍ਰਭੂ ਤੋਂ ਦੂਰ ਦੌੜ ਜਾਂਦੇ ਹਨ। They don't want to suffer, they want to run away from the Lord. ਉਹ ਦੁੱਖ ਨਹੀਂ ਉਠਾਉਣਾ ਚਾਹੁੰਦੇ, ਉਹ ਪਰਮੇਸ਼ਰ ਦੇ ਕੋਲੋਂ ਦੌੜ ਜਾਣਾ ਚਾਹੁੰਦੇ ਹਨ। Bible says that how much you suffer, that much glory you can receive from the Lord. ਬਾਈਬਲ ਕਹਿੰਦੀ ਹੈ ਕਿ ਤੁਸੀਂ ਜਿੰਨਾ ਜ਼ਿਆਦਾ ਦੁੱਖ ਉਠਾਓਗੇ ਉਨਾ ਜ਼ਿਆਦਾ ਪਰਮੇਸ਼ਰ ਦੇ ਕੋਲੋਂ ਮਹਿਮਾ ਪ੍ਰਾਪਤ ਕਰ ਸਕਦੇ ਹੋ। So Lord also suffered in his body. ਪ੍ਰਭੂ ਨੇ ਵੀ ਆਪਣੇ ਸਰੀਰ ਦੇ ਵਿੱਚ ਦੁੱਖ ਉਠਾਇਆ। When he suffered that time, he never opened his mouth. ਜਦ ਉਸਨੇ ਦੁੱਖ ਉਠਾਇਆ ਤਾਂ ਉਸਨੇ ਕਦੇ ਵੀ ਆਪਣਾ ਮੂੰਹ ਨਹੀਂ ਖੋਲਿਆ। And he risen from the dead and went and sat upon the throne of right side of the throne of the Lord. ਉਹ ਮਰ ਗਿਆ, ਉਹ ਜੀ ਉਠਿਆ ਅਤੇ ਉਹ ਸਵਰਗ ਦੇ ਵਿੱਚ ਉਠਾਇਆ ਗਿਆ, ਪਿਤਾ ਪਰਮੇਸ਼ਰ ਦੇ ਸਿੰਘਾਸਨ ਤੇ ਉਸ ਦੇ ਸੱਜੇ ਪਾਸੇ ਜਾ ਬੈਠਾ। One tree grown up for the Lord Jesus Christ. ਅਤੇ ਇੱਕ ਰੁੱਖ ਜੋ ਪ੍ਰਭੂ ਯੀਸ਼ੂ ਮਸੀਹ ਦੇ ਲਈ ਵਧਿਆ ਹੈ, ਵਿਕਸਿਤ ਹੈ। In the right time it cut off and brought to the Lord. ਅਤੇ ਠੀਕ ਸਮੇਂ ਤੇ ਇਸ ਨੂੰ ਕੱਟ ਕੇ ਪ੍ਰਭੂ ਦੇ ਕੋਲ ਲਿਆਂਦਾ ਜਾਂਦਾ ਹੈ। And it make a cross. ਅਤੇ ਇਸ ਦੀ ਸਲੀਬ ਬਣਾਈ ਜਾਂਦੀ ਹੈ। On that cross only Lord crucified. ਅਤੇ ਉਸੇ ਸਲੀਬ ਦੇ ਉੱਤੇ ਹੀ ਪ੍ਰਭੂ ਯੀਸ਼ੂ ਮਸੀਹ ਨੂੰ ਚੜਾਇਆ ਗਿਆ। So that cross bear the Lord Jesus Christ. ਉਸ ਸਲੀਬ ਨੇ ਪ੍ਰਭੂ ਯੀਸ਼ੂ ਮਸੀਹ ਨੂੰ ਥੰਮਿਆ ਹੋਇਆ ਸੀ। That's why Lord told to us, whosoever follow me, they have to take their cross and follow me. ਇਸੇ ਕਰਕੇ ਪ੍ਰਭੂ ਯੀਸ਼ੂ ਮਸੀਹ ਨੇ ਕਿਹਾ ਕਿ ਜੇਕਰ ਕੋਈ ਮੇਰੇ ਪਿੱਛੇ ਆਉਣਾ ਚਾਹੇ ਤਾਂ ਉਹ ਮੇਰੀ ਸਲੀਬ ਚੁੱਕੇ ਤੇ ਮੇਰੇ ਪਿੱਛੇ ਹੋ ਤੁਰੇ। He hanged on the tree which grown up for the Lord. ਅਤੇ ਉਹ ਉਸ ਰੁੱਖ ਤੇ ਟੰਗਿਆ ਗਿਆ ਜਿਹੜਾ ਰੁੱਖ ਪ੍ਰਭੂ ਦੇ ਲਈ ਵੱਡਾ ਹੋਇਆ ਵਧਿਆ। But after that Lord hanged on the cross, all the people, all the city people saw that tree honor, because Lord died on that tree. ਅਤੇ ਜਦ ਉਸ ਸਲੀਬ ਦੇ ਉੱਤੇ ਪ੍ਰਭੂ ਯੀਸ਼ੂ ਮਸੀਹ ਨੂੰ, ਰੁੱਖ ਤੇ ਪ੍ਰਭੂ ਯੀਸ਼ੂ ਮਸੀਹ ਨੂੰ ਟੰਗਿਆ ਗਿਆ ਤਾਂ ਉਸ ਤੋਂ ਬਾਅਦ ਸਾਰੇ ਲੋਕਾਂ ਨੇ ਉਸ ਸਲੀਬ ਦੇ ਵੱਲ ਤੱਕਿਆ ਅਤੇ ਉਸ ਸਲੀਬ ਦਾ ਆਦਰ ਕੀਤਾ, ਕਿਉਂਕਿ ਪ੍ਰਭੂ ਯੀਸ਼ੂ ਮਸੀਹ ਨੂੰ ਉਸ ਦੇ ਉੱਤੇ ਚੜਾਇਆ ਗਿਆ। That tree is you and I only. ਅਤੇ ਉਹ ਰੁੱਖ ਤੁਸੀਂ ਅਤੇ ਮੈਂ ਆ। God brought us into this truth to suffer for Christ. ਪਰਮੇਸ਼ਰ ਸਾਨੂੰ ਮਸੀਹ ਦੇ ਲਈ ਦੁੱਖ ਉਠਾਉਣ ਦੇ ਲਈ ਇਸ ਸੱਚਾਈ ਵਿੱਚ ਲੈ ਕੇ ਆਇਆ। Dear child of God, when we suffer with him, we will receive the glory from the Lord, inheritance in heavenly place. ਪਰਮੇਸ਼ਰ ਦੇ ਪਿਆਰੇ ਬੱਚੋ, ਜਦ ਅਸੀਂ ਮਸੀਹ ਦੇ ਲਈ ਦੁੱਖ ਉਠਾਵਾਂਗੇ ਤਾਂ ਅਸੀਂ ਉਸ ਦੇ ਕੋਲੋਂ ਮਹਿਮਾ ਵੀ ਪਾਵਾਂਗੇ ਅਤੇ ਸਵਰਗੀ ਥਾਵਾਂ ਵਿੱਚ ਇਸ ਦੇ ਨਾਲ ਮਿਰਾਸ ਵੀ ਪਾਵਾਂਗੇ। Isaiah 53rd chapter 4 to 7 verses. ਯੈਸ਼ਾਇਆ ਦੀ ਕਿਤਾਬ 53 ਅਧਿਆਇ 4 ਤੋਂ ਲੈ ਕੇ 7 ਵਚਨ। Isaiah 53 chapter 4 to 7 and 11.
ਯਸ਼ਾਇਆ ਦੀ ਕਿਤਾਬ 53 ਅਧਿਆਇ 4 ਤੋਂ ਲੈ ਕੇ 7 ਵਚਨ ਤੇ 11 ਵਚਨ। ਸੱਚਮੁੱਚ ਉਸਨੇ ਸਾਡੇ ਗਮ ਚੁੱਕ ਲਏ ਅਤੇ ਸਾਡੇ ਦੁੱਖ ਉਠਾਏ, ਪਰ ਅਸਾਂ ਉਸ ਨੂੰ ਮਾਰਿਆ ਹੋਇਆ, ਪਰਮੇਸ਼ਰ ਦਾ ਕੁੱਟਿਆ ਹੋਇਆ ਅਤੇ ਭੰਨਿਆ ਹੋਇਆ ਸਮਝਿਆ। ਪਰ ਉਹ ਸਾਡੇ ਅਪਰਾਧਾਂ ਲਈ ਘਾਇਲ ਕੀਤਾ ਗਿਆ, ਸਾਡੀਆਂ ਬਦੀਆਂ ਦੇ ਕਾਰਨ ਕੁਚਲਿਆ ਗਿਆ। ਸਾਡੀ ਸ਼ਾਂਤੀ ਲਈ ਉਸ ਉੱਤੇ ਤਾੜਨਾ ਹੋਈ ਅਤੇ ਉਸ ਦੇ ਮਾਰ ਖਾਣ ਤੋਂ ਅਸੀਂ ਨਿਰੋਏ ਕੀਤੇ ਗਏ। ਅਸੀਂ ਸਾਰੇ ਭੇਡਾਂ ਵਾਂਗੂ ਭੁੱਲੇ ਫਿਰਦੇ ਸਾਂ, ਅਸੀਂ ਆਪਣੇ ਰਾਹਾਂ ਨੂੰ ਮੁੜੇ ਅਤੇ ਯਹੋਵਾ ਨੇ ਸਾਡੀ ਸਾਰਿਆਂ ਦੀ ਬਦੀ ਉਸ ਉੱਤੇ ਲੱਦੀ। ਉਹ ਸਤਾਇਆ ਗਿਆ ਤੇ ਦੁਖੀ ਹੋਇਆ, ਪਰ ਉਸ ਆਪਣਾ ਮੂੰਹ ਨਾ ਖੋਲਿਆ। ਲੇਲੇ ਵਾਂਗੂ ਜਿਹੜਾ ਕੱਟੇ ਜਾਣ ਲਈ ਲੈ ਜਾਇਆ ਜਾਂਦਾ ਅਤੇ ਭੇਡ ਵਾਂਗੂ ਜਿਹੜੀ ਉਨ ਕਤਰਨ ਵਾਲਿਆਂ ਦੇ ਅੱਗੇ ਗੂੰਗੀ ਹੈ, ਸੋ ਉਸ ਆਪਣਾ ਮੂੰਹ ਨਾ ਖੋਲਿਆ। ਜ਼ੁਲਮ ਅਤੇ ਨਿਉ ਦੇ ਕਾਰਨ ਉਹ ਫੜਿਆ ਗਿਆ। ਉਸ ਦੀ ਪੀੜੀ ਵਿੱਚੋਂ ਕਿਸ ਨੇ ਸੋਚਿਆ? 11 ਵਚਨ। Only ਉਹ 11. ਉਹ ਆਪਣੀ ਜਾਨ ਦੇ ਕਸ਼ਟ ਤੋਂ ਵੇਖੇਗਾ ਤੇ ਤ੍ਰਿਪਤ ਹੋਵੇਗਾ। ਆਪਣੇ ਗਿਆਨ ਨਾਲ ਮੇਰਾ ਧਰਮੀ ਦਾਸ ਬਹੁਤਿਆਂ ਨੂੰ ਧਰਮੀ ਠਹਿਰਾਵੇਗਾ ਅਤੇ ਉਹਨਾਂ ਦੀਆਂ ਬਦੀਆਂ ਨੂੰ ਚੁੱਕ ਲਵੇਗਾ। Surely he hath borne our griefs and carried our sorrows, yet we did esteem him stricken, smitten of God, and afflicted. But he was wounded for our transgressions, he was bruised for our iniquities. The chastisement of our peace was upon him, and with his stripes we are healed. All we like sheep have gone astray, we have turned everyone to his own way, and the Lord hath laid on him the iniquity of us all. He was oppressed and he was afflicted, yet he opened not his mouth. He was brought as a lamb to the slaughter, and as a sheep before his shearers is dumb, so he opened not his mouth. He shall see the travail of the soul, and shall be satisfied. By his knowledge shall my righteous servant justify many, for he shall bear the iniquities. Lord Jesus Christ died on the cross, and Father God allowed that sufferings on the cross. ਪ੍ਰਭੂ ਯੀਸ਼ੂ ਮਸੀਹ ਕਲਵਰੀ ਕਰੂਸ ਦੇ ਉੱਤੇ ਚੜਾਏ ਗਏ ਅਤੇ ਪਿਤਾ ਪਰਮੇਸ਼ਰ ਨੇ ਉਸ ਦੇ ਜੀਵਨ ਵਿੱਚ ਇਹਨਾਂ ਸਾਰੇ ਦੁੱਖਾਂ ਦੀ ਇਜਾਜ਼ਤ ਦਿੱਤੀ। But he never opened his mouth, Bible says. ਪਰ ਬਾਈਬਲ ਕਹਿੰਦੀ ਹੈ ਕਿ ਉਸਨੇ ਕਦੇ ਆਪਣਾ ਮੂੰਹ ਨਹੀਂ ਖੋਲਿਆ। On the highest mountain, Golgotha, highest mountain, Lord hanged on the cross. ਸਭ ਤੋਂ ਉੱਚੇ ਪਹਾੜ ਗੁਲਗੁਥਾ ਦੇ ਉੱਤੇ ਪ੍ਰਭੂ ਯੀਸ਼ੂ ਮਸੀਹ ਕਲਵਰੀ ਕਰੂਸ ਦੇ ਉੱਤੇ ਚੜਾਏ ਗਏ। But after that, Jesus Christ bare this cross. It is a testimony for the whole world. ਅਤੇ ਪ੍ਰਭੂ ਯੀਸ਼ੂ ਮਸੀਹ ਨੇ ਉਹ ਸਾਰੀ ਸਲੀਬ ਦੇ ਦੁੱਖ ਨੂੰ ਸਹਿਨ ਕਰ ਲਿਆ, ਜੋ ਕਿ ਸਾਰੇ ਜਗਤ ਦੇ ਲਈ ਗਵਾਹ ਬਣਿਆ। That tree is a witness for the whole world. ਉਹ ਸਾਰੇ ਜਗਤ ਦੇ ਲਈ ਗਵਾਹ ਹੈ। That tree is you and I. ਅਤੇ ਉਹ ਰੁੱਖ ਤੁਸੀਂ ਅਤੇ ਮੈਂ ਆ। So God gave the victorious life. ਪਰਮੇਸ਼ਰ ਨੇ ਫਤਿਹਮੰਦ ਜੀਵਨ ਬਤੀਤ ਕੀਤਾ। Lord died on the cross and hanged on the cross. ਪ੍ਰਭੂ ਸਲੀਬ ਦੇ ਉੱਤੇ ਮਰ ਗਏ, ਸਲੀਬ ਦੇ ਉੱਤੇ ਲਟਕਾਏ ਗਏ। But Bible very clear says we also must crucified. ਪਰ ਬਾਈਬਲ ਪੂਰੀ ਸਪਸ਼ਟਤਾ ਦੇ ਨਾਲ ਕਹਿੰਦੀ ਹੈ ਕਿ ਅਸੀਂ ਵੀ ਸਲੀਬ ਤੇ ਚੜਾਏ ਜਾਣੇ ਚਾਹੀਦੇ ਹਾਂ। Galatians 2nd chapter 20 verse. ਗਲਾਤੀਆਂ ਦੀ ਪੱਤਰੀ 2 ਅਧਿਆਇ 20 ਵਚਨ। Galatians 2nd chapter 20 says. ਗਲਾਤੀਆਂ ਦੀ ਪੱਤਰੀ 2 ਅਧਿਆਇ 20 ਵਚਨ ਕਹਿੰਦਾ ਹੈ। Saint Paul telling that I crucified with Christ. ਸੰਤ ਪੌਲੁਸ ਕਹਿੰਦੇ ਹਨ ਕਿ ਮੈਂ ਮਸੀਹ ਦੇ ਨਾਲ ਸਲੀਬ ਤੇ ਚੜਾਇਆ ਗਿਆ ਹਾਂ। ਮੈਂ ਮਸੀਹ ਦੇ ਨਾਲ ਸਲੀਬ ਦਿੱਤਾ ਗਿਆ ਹਾਂ, ਪਰ ਹੁਣ ਤੋਂ ਮੈਂ ਤਾਂ ਨਹੀਂ ਜਿਉਂਦਾ, ਸਗੋਂ ਮਸੀਹ ਮੇਰੇ ਵਿੱਚ ਜਿਉਂਦਾ ਹੈ। ਅਤੇ ਹੁਣ ਜਿਹੜਾ ਜੀਵਨ ਸਰੀਰ ਵਿੱਚ ਭੋਗਦਾ ਹਾਂ, ਸੋ ਪਰਮੇਸ਼ਰ ਦੇ ਪੁੱਤਰ ਉੱਤੇ ਨਿਸ਼ਚੈ ਨਾਲ ਭੋਗਦਾ ਹਾਂ, ਜਿਹਨੇ ਮੇਰੇ ਨਾਲ ਪ੍ਰੇਮ ਕੀਤਾ ਅਤੇ ਆਪਣੇ ਆਪ ਨੂੰ ਮੇਰੇ ਲਈ ਦੇ ਦਿੱਤਾ। I am crucified with Christ, nevertheless I live, yet not I, but Christ liveth in me, and the life which I now live in the flesh, I live by the faith of the Son of God, who loved me and gave himself for me. How Lord crucified on the cross, we have to crucify with Lord Jesus. ਜਿਸ ਤਰ੍ਹਾਂ ਪ੍ਰਭੂ ਯੀਸ਼ੂ ਮਸੀਹ ਸਲੀਬ ਦੇ ਉੱਤੇ ਚੜਾਏ ਗਏ, ਉਸੇ ਤਰ੍ਹਾਂ ਅਸੀਂ ਪ੍ਰਭੂ ਯੀਸ਼ੂ ਮਸੀਹ ਦੇ ਨਾਲ ਸਲੀਬ ਤੇ ਚੜਾਏ ਜਾਣਾ ਹੈ। Not I but Christ. ਮੈਂ ਨਹੀਂ ਪਰ ਸਗੋਂ ਮਸੀਹ। What is the meaning of the I? ਆਈ ਜਾਂ ਮੈਂ ਦਾ ਕੀ ਅਰਥ ਹੈ? This is the I. ਇਹ ਆਈ ਹੈ ਅੰਗਰੇਜ਼ੀ ਦਾ ਸ਼ਬਦ। I going on telling my बोलते रहता.
ਆਈ ਆਈ ਮੈਂ ਕਹਿੰਦੇ ਰਹਿੰਦੇ ਹਨ। मैं बोलते रहता। ਮੈਂ ਕਹਿੰਦੇ ਰਹਿੰਦੇ ਹਨ। मैं बोले तो बकरी, बकरी का साउंड मैं मतलब है बकरी का शब्द है। हाँ। मगर क्रॉस, व्हाट इज द मीनिंग ऑफ क्रॉस? तो स्लीप का क्या अर्थ है? This eye will be crossed by like this. This is a cross. ये जो आई है इस तरह कटिया जाएगा, इसनु ही स्लीप किया जाता है। God will remove all your self life and self righteous. परमेश्वर ਤੁਹਾਡੇ ਸਾਰੇ खुद ही दे जीवन ਨੂੰ खुद ਦੀ ਧਾਰਮਿਕਤਾ ਨੂੰ दूर कर देगा। One piece of the wood will come and join, that is a cross. ਤੇ ਇੱਕ ਲੱਕੜੀ ਦਾ ਟੁਕੜਾ ਆ ਕੇ ਉਸ ਜਦ ਇਹ ਆਈ ਦੇ ਡੰਡੇ ਦੇ ਨਾਲ ਮਿਲ ਜਾਂਦਾ ਹੈ ਤਾਂ ਇਸ ਨੂੰ ਸਲੀਪ ਬਣਾਇਆ ਜਾਂਦਾ ਹੈ। Every believer and worker must and should say that not I but Christ. ਅੱਜ ਸਾਰੇ ਸੇਵਕ ਅਤੇ ਵਿਸ਼ਵਾਸੀ ਇਹ ਕਹਿਣੇ ਚਾਹੀਦੇ ਹਨ, ਮੈਂ ਨਹੀਂ ਸਗੋਂ ਮਸੀਹ। Every time we must crucified with Christ, I must be removed. ਹਮੇਸ਼ਾ ਅਸੀਂ ਮਸੀਹ ਦੇ ਨਾਲ ਸਲੀਬ ਤੇ ਚੜਾਏ ਜਾਣੇ ਚਾਹੀਦੇ ਹਨ ਅਤੇ ਖੁਦ ਹੀ ਦੂਰ ਕੀਤੀ ਜਾਣੀ ਚਾਹੀਦੀ ਹੈ। And the same Galatians, two more places we have to crucify. ਅਤੇ ਉਸੇ ਗਲਾਤੀਆਂ ਦੀ ਪੱਤਰੀ ਦੇ ਵਿੱਚ ਅਸੀਂ ਹੋਰ ਦੋ ਜਗ੍ਹਾਵਾਂ ਤੇ ਸਲੀਬ ਤੇ ਚੜਾਏ ਜਾਣਾ ਚਾਹੀਦੇ ਆ। Galatians 5th chapter 24th verse. ਗਲਾਤੀਆਂ ਦੀ ਪੱਤਰੀ 5 ਅਧਿਆਇ 24 ਵਚਨ। ਅਤੇ ਜਿਹੜੇ ਮਸੀਹ ਦੇ ਹਨ ਉਹਨਾਂ ਨੇ ਸਰੀਰ ਨੂੰ ਉਹਦੀਆਂ ਕਾਮਨਾ ਅਤੇ ਵਿਸ਼ਿਆਂ ਸਣੇ ਸਲੀਬ ਉੱਤੇ ਚਾੜ ਦਿੱਤਾ। And they that are Christ have crucified the flesh with the affections and lust. First of all, I must be crucified. ਸਭ ਤੋਂ ਪਹਿਲਾਂ ਸਾਡੀ ਖੁਦ ਹੀ ਸਲੀਬ ਤੇ ਚੜਾਈ ਜਾਣੀ ਚਾਹੀਦੀ ਹੈ। Secondly, your lust and fleshly effects all must be crucified. ਦੂਜਾ ਤੁਹਾਡੇ ਸਰੀਰ ਦੀਆਂ ਕਾਮਨਾਵਾਂ ਅਤੇ ਸਾਰੇ ਵਿਸ਼ੇ ਸਲੀਬ ਉੱਤੇ ਚੜਾਏ ਜਾਣੇ ਚਾਹੀਦੇ ਹਨ। Thirdly, Galatians 6th chapter 14th verse. ਤੀਜਾ ਗਲਾਤੀਆਂ ਦੀ ਪੱਤਰੀ 6 ਅਧਿਆਇ 14 ਵਚਨ। ਪਰ ਮੈਥੋਂ ਇਹ ਨਾ ਹੋਵੇ ਜੋ ਮੈਂ ਕਿਸੇ ਹੋਰ ਗੱਲ ਉਤੇ ਅਭਿਮਾਨ ਕਰਾਂ ਬਿਨਾਂ ਸਾਡੇ ਪ੍ਰਭੂ ਯਿਸੂ ਮਸੀਹ ਦੀ ਸਲੀਬ ਦੇ, ਜਿਹਦੇ ਰਾਹੀਂ ਸੰਸਾਰ ਮੇਰੀ ਵੱਲੋਂ ਅਤੇ ਮੈਂ ਸੰਸਾਰ ਦੀ ਵੱਲੋਂ ਸਲੀਬ ਉਤੇ ਚਾੜਿਆ ਗਿਆ। But God forbid that I should glory save in the cross of our Lord Jesus Christ, by whom the world is crucified unto me and I unto the world. World must be crucified with us, otherwise we must be crucified with the world. ਮਤਲਬ ਜਿਹਦੇ ਰਾਹੀਂ ਸੰਸਾਰ ਮੇਰੀ ਵੱਲੋਂ ਅਤੇ ਮੈਂ ਸੰਸਾਰ ਦੀ ਵੱਲੋਂ ਸਲੀਬ ਉੱਤੇ ਚਾੜਿਆ ਜਾਣਾ ਚਾਹੀਦਾ। God going on speaking with the young people for come for the Zion and ministry. ਪਰਮੇਸ਼ਰ ਲਗਾਤਾਰ ਜਵਾਨ ਲੋਕਾਂ ਦੇ ਨਾਲ ਸੇਵਾ ਦੇ ਲਈ ਸੀਓਨ ਦੇ ਵਿੱਚ ਆਉਣ ਦੇ ਲਈ ਗੱਲ ਕਰਦਾ ਆ ਰਿਹਾ ਹੈ। They are fearing. ਉਹ ਡਰਦੇ ਹਨ। They don't want to leave the world. ਉਹ ਸੰਸਾਰ ਨੂੰ ਛੱਡਣਾ ਨਹੀਂ ਚਾਹੁੰਦੇ। But God told that if you go to the world, I will destroy you. ਪਰ ਪਰਮੇਸ਼ਰ ਨੇ ਕਿਹਾ ਜੇਕਰ ਤੁਸੀਂ ਸੰਸਾਰ ਵਿੱਚ ਜਾਓਗੇ ਤਾਂ ਮੈਂ ਤੁਹਾਨੂੰ ਨਾਸ਼ ਕਰ ਦਿਆਂਗਾ। I chosen for the Zion. ਮੈਂ ਤੁਹਾਨੂੰ ਸੀਓਨ ਦੇ ਲਈ ਚੁਣਿਆ ਹੈ। This week only you have the chance to come to Zion. ਇਹ ਹਫਤਾ ਹੀ ਹੈ ਤੁਹਾਡੇ ਕੋਲ ਸੀਓਨ ਦੇ ਵਿੱਚ ਆਉਣ ਦੇ ਲਈ। If anyone is a young people, God spoken, please come and meet me. ਜੇਕਰ ਕਿਸੇ ਜਵਾਨ ਵਿਅਕਤੀ ਦੇ ਨਾਲ ਪਰਮੇਸ਼ਰ ਨੇ ਗੱਲ ਕੀਤੀ ਹੈ ਤਾਂ ਕਿਰਪਾ ਕਰਕੇ ਆ ਕੇ ਮੈਨੂੰ ਮਿਲੋ। If you want to go to the world and you want to do your own will, then your life will be perish. ਜੇਕਰ ਤੁਸੀਂ ਸੰਸਾਰ ਵਿੱਚ ਜਾਣਾ ਚਾਹੁੰਦੇ ਹੋ, ਆਪਣੀ ਇੱਛਾ ਕਰਨੀ ਚਾਹੁੰਦੇ ਹੋ ਤਾਂ ਤੁਹਾਡਾ ਜੀਵਨ ਨਾਸ਼ ਹੋ ਜਾਏਗਾ। That's why St. Paul telling that I have to crucify with the world. ਇਸੇ ਕਰਕੇ ਸੰਤ ਪੌਲੁਸ ਕਹਿੰਦੇ ਹਨ ਕਿ ਮੈਂ ਸੰਸਾਰ ਦੀ ਵੱਲੋਂ ਸਲੀਬ ਤੇ ਚੜਾਇਆ ਗਿਆ। Not I but Christ. ਮੈਂ ਨਹੀਂ ਪਰ ਮਸੀਹ। Now we have to glorify the name of Jesus in the world. ਹੁਣ ਅਸੀਂ ਸੰਸਾਰ ਦੇ ਵਿੱਚ ਪ੍ਰਭੂ ਯਿਸੂ ਮਸੀਹ ਦੇ ਨਾਮ ਦੀ ਮਹਿਮਾ ਕਰਨੀ ਹੈ। Lord Jesus, when he died on the cross, ਪ੍ਰਭੂ ਯਿਸੂ ਮਸੀਹ ਜਦ ਸਲੀਬ ਦੇ ਉੱਤੇ ਮਰ ਗਏ, John 19 chapter 34th verse says, ਯਹੂਨਾ ਦੀ ਇੰਜੀਲ 19 ਦੇ 34 ਵਚਨ ਕਹਿੰਦਾ ਹੈ, first blood came, last drop of the blood, after that the water followed him. ਅਤੇ ਸਭ ਤੋਂ ਪਹਿਲਾਂ ਉਹ ਖੂਨ ਨਿਕਲਿਆ ਅਤੇ ਉਸ ਤੋਂ ਬਾਅਦ ਪਾਣੀ ਉਸਦੇ ਸਰੀਰ ਦੇ ਵਿੱਚੋਂ ਨਿਕਲਿਆ। Blood and water came out of the body of Lord Jesus Christ. ਪ੍ਰਭੂ ਯਿਸੂ ਮਸੀਹ ਦੇ ਸਰੀਰ ਦੇ ਵਿੱਚੋਂ ਲਹੂ ਅਤੇ ਪਾਣੀ ਨਿਕਲਿਆ। What is the meaning of the blood? ਲਹੂ ਦਾ ਕੀ ਅਰਥ ਹੈ? That is a redemption. ਉਹ ਛੁਟਕਾਰਾ ਹੈ। Redemption from the sin. ਪਾਪ ਤੋਂ ਛੁਟਕਾਰਾ।
sickness and curse and fear of death. ਬਿਮਾਰੀ ਸਰਾਪ ਅਤੇ ਮੌਤ ਦੇ ਡਰ ਤੋਂ ਛੁਟਕਾਰਾ From our sinful life, Lord will deliver totally. ਪਰਮੇਸ਼ਰ ਸਾਨੂੰ ਸਾਡੇ ਪਾਪ ਭਰੇ ਜੀਵਨ ਤੋਂ ਪੂਰੀ ਤਰ੍ਹਾਂ ਛੁਟਕਾਰਾ ਦੇਵੇਗਾ। What it shows the water ਪਾਣੀ ਕਿਸ ਚੀਜ਼ ਨੂੰ ਦਰਸਾਉਂਦਾ ਹੈ? that will quench our thirst. ਇਹ ਸਾਡੀ ਪਿਆਸ ਬੁਝਾਏਗਾ। Leviticus 17 chapter 11th verse says, ਲੇਵੀਆਂ ਦੀ ਪੁਸਤਕ 17 ਦੇ 11 ਵਚਨ ਕਹਿੰਦਾ ਹੈ, blood is the life. ਖੂਨ ਦੇ ਵਿੱਚ ਜੀਵਨ ਹੈ। That life given for your sake and my sake by the Lord Jesus. ਉਹ ਜੀਵਨ ਪ੍ਰਭੂ ਯੀਸ਼ੂ ਮਸੀਹ ਦੇ ਦੁਆਰਾ ਤੁਹਾਡੀ ਅਤੇ ਮੇਰੀ ਖਾਤਰ ਦਿੱਤਾ ਗਿਆ। So blood and water will separate the sinner to save their souls. ਇਸ ਕਰਕੇ ਲਹੂ ਅਤੇ ਪਾਣੀ ਇੱਕ ਪਾਪੀ ਨੂੰ ਆਪਣੀ ਜਾਨ ਨੂੰ ਬਚਾਉਣ ਦੇ ਲਈ ਅਲੱਗ ਕਰਦੇ ਹਨ। If you receive the salvation Je- and the Holy Spirit, you are the green tree. ਜੇ ਤੁਸੀਂ ਮੁਕਤੀ ਪ੍ਰਾਪਤ ਕੀਤੀ ਹੈ, ਪਵਿੱਤਰ ਆਤਮਾ ਦਾ ਮਸਾ ਪ੍ਰਾਪਤ ਕੀਤਾ ਹੈ, ਤਾਂ ਤੁਸੀਂ ਹਰੇ ਰੁੱਖ ਹੋ। That's why Psalmist says 52:8, ਇਸੇ ਕਰਕੇ 52 ਜ਼ਬੂਰ 8 ਵਚਨ ਦੇ ਵਿੱਚ ਜ਼ਬੂਰ ਲਿਖਣ ਵਾਲਾ ਕਹਿੰਦਾ ਹੈ, believe the Lord, ਯਹੋਵਾ ਤੇ ਭਰੋਸਾ ਰੱਖੋ, then we will be green tree in the house of God. ਤਦ ਅਸੀਂ ਪਰਮੇਸ਼ਰ ਦੇ ਘਰ ਵਿੱਚ ਜ਼ੈਤੂਨ ਦੇ ਹਰੇ ਭਰੇ ਰੁੱਖ ਵਾਂਗ ਹੋਵਾਂਗੇ। Psalms 1:3. ਪਹਿਲਾ ਜ਼ਬੂਰ 3 ਵਚਨ, ਉਹ ਤਾਂ ਉਸ ਬਿਰਛ ਵਰਗਾ ਹੋਵੇਗਾ ਜੋ ਪਾਣੀ ਦੀਆਂ ਨਦੀਆਂ ਉੱਤੇ ਲਾਇਆ ਹੋਇਆ ਹੈ, ਜਿਹੜਾ ਰੁੱਤ ਸਿਰ ਆਪਣਾ ਫਲ ਦਿੰਦਾ ਹੈ, ਜਿਹਦੇ ਪੱਤੇ ਨਹੀਂ ਕੁਮਲਾਉਂਦੇ ਅਤੇ ਜੋ ਕੁਝ ਉਹ ਕਰੇ ਸੋ ਸਫਲ ਹੁੰਦਾ ਹੈ। And he shall be like a tree planted by the rivers of water, that bringeth forth his fruit in his season. His leaf also shall not wither, and whatsoever he doeth shall prosper. When you read the Bible and meditate in your life, ਜਦ ਤੁਸੀਂ ਬਾਈਬਲ ਪੜ੍ਹਦੇ ਹੋ, ਆਪਣੇ ਜੀਵਨ ਵਿੱਚ ਉਸ ਦੇ ਉੱਤੇ ਧਿਆਨ ਕਰਦੇ ਹੋ, you are the tree planted at the river of the bank. ਅਤੇ ਤੁਸੀਂ ਉਸ ਬਿਰਛ ਵਰਗੇ ਹੁੰਦੇ ਹੋ ਜਿਹੜਾ ਪਾਣੀ ਦੀਆਂ ਨਦੀਆਂ ਦੇ ਕੰਢੇ ਉੱਤੇ ਲੱਗਿਆ ਹੋਇਆ ਹੈ। Every time you are a green only. ਤਾਂ ਤੁਸੀਂ ਹਮੇਸ਼ਾ ਹਰੇ ਭਰੇ ਰਹੋਗੇ। That's why we need the Holy Spirit in our life. ਇਸੇ ਕਰਕੇ ਸਾਨੂੰ ਸਾਡੇ ਜੀਵਨ ਦੇ ਵਿੱਚ ਪਵਿੱਤਰ ਆਤਮਾ ਚਾਹੀਦਾ ਹੈ। Jeremiah 11 chapter 16th verse says, ਯਿਰਮੀਆ ਦੀ ਕਿਤਾਬ 11 ਦੇ 16 ਵਚਨ ਕਹਿੰਦਾ ਹੈ, when you bear the fruits, you are a green olive tree. ਜਦ ਤੁਸੀਂ ਫਲ ਦਿੰਦੇ ਹੋ ਤਾਂ ਤੁਸੀਂ ਜ਼ੈਤੂਨ ਦੇ ਹਰੇ ਭਰੇ ਰੁੱਖ ਦੀ ਤਰ੍ਹਾਂ ਹੋ। ਯਹੋਵਾ ਨੇ ਤੇਰੇ ਨਾਂ ਨੂੰ ਇਉਂ ਬੁਲਾਇਆ, ਇੱਕ ਹਰਾ ਅਤੇ ਸੋਹਣਾ ਫਲਦਾ ਇੱਕ ਜੈਤੂਨ, ਪਰ ਵੱਡੇ ਰੌਲੇ ਦੇ ਸ਼ੋਰ ਨਾਲ ਉਹਨੂੰ ਅੱਗ ਲਾ ਦਿੱਤੀ ਅਤੇ ਉਹਦੀਆਂ ਟਹਿਣੀਆਂ ਤੋੜੀਆਂ ਗਈਆਂ। The Lord called thy name a green olive tree, fair and of a goodly fruit. God will see every time goodly and green Fair and of a goodly fruit. care Fair. and good fruits. ਯਹੋਵਾ ਨੇ ਤੇਰੇ ਨਾਂ ਨੂੰ ਇਉਂ ਬੁਲਾਇਆ, ਇੱਕ ਹਰਾ ਅਤੇ ਸੋਹਣਾ ਫਲਦਾ ਇੱਕ ਜ਼ੈਤੂਨ। Everyone must be a green olive tree in the house of God. ਸਾਰੇ ਪਰਮੇਸ਼ਰ ਦੇ ਘਰ ਦੇ ਵਿੱਚ ਇੱਕ ਹਰੇ ਭਰੇ ਜ਼ੈਤੂਨ ਦੇ ਬਿਰਛ ਵਾਂਗ ਹੋਣੇ ਚਾਹੀਦੇ ਹਨ। So many believers will tell like this, ਬਹੁਤ ਸਾਰੇ ਵਿਸ਼ਵਾਸੀ ਇਸ ਤਰ੍ਹਾਂ ਕਹਿਣਗੇ, I am living for God. ਮੈਂ ਪਰਮੇਸ਼ਰ ਲਈ ਜਿਉਂਦਾ ਹਾਂ, I stand and stood for the truth. ਮੈਂ ਸੱਚਾਈ ਦੇ ਲਈ ਖੜਾ ਹਾਂ, I'm standing for the divine healing. ਮੈਂ ਇਲਾਹੀ ਸ਼ਿਫਾ ਲਈ ਖੜਾ ਹਾਂ, I'm walking with God. ਮੈਂ ਪਰਮੇਸ਼ਰ ਦੇ ਨਾਲ ਨਾਲ ਚੱਲਦਾ ਹਾਂ। Not only that, I will give the tithes and offerings. ਕੇਵਲ ਇੰਨਾ ਹੀ ਨਹੀਂ, ਮੈਂ ਸਗੋਂ ਦਸਵੰਧ ਤੇ ਭੇਟਾਂ ਵੀ ਦਿੰਦਾ ਹਾਂ। But why the trials? Why the temptation? Why the problem came to me and my family only? ਤਾਂ ਫਿਰ ਇਹ ਸਾਰੀਆਂ ਪਰਖਾਂ, ਅਜ਼ਮਾਇਸ਼ਾਂ ਤੇ ਸਮੱਸਿਆਵਾਂ ਮੇਰੇ ਹੀ ਪਰਿਵਾਰ ਦੇ ਉੱਤੇ ਕਿਉਂ ਆਉਂਦੀਆਂ ਹਨ? This is a question of the believers. ਇਹ ਵਿਸ਼ਵਾਸੀਆਂ ਦੇ ਸਵਾਲ ਹਨ। Some workers also there. ਕੁਝ ਸੇਵਕ ਵੀ ਹਨ, But so many people say that why this coming for me only? ਤੇ ਕੁਝ ਲੋਕ ਕਹਿੰਦੇ ਹਨ ਕਿ ਸਾਡੇ ਲਈ ਕਿਉਂ ਆਉਂਦੇ ਹਨ? If you want to be a green olive tree, you have to go through the trials and temptation. ਜੇਕਰ ਤੁਸੀਂ ਹਰੇ ਭਰੇ ਜ਼ੈਤੂਨ ਦੇ ਬਿਰਛ ਵਾਂਗ ਹੋਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਹਨਾਂ ਪਰਖਾਂ ਤੇ ਅਜ਼ਮਾਇਸ਼ਾਂ ਵਿੱਚੋਂ ਜਾਣਾ ਹੀ ਪਏਗਾ। Otherwise, you will not be a green tree. ਨਹੀਂ ਤਾਂ ਤੁਸੀਂ ਇੱਕ ਹਰੇ ਭਰੇ ਰੁੱਖ ਨਹੀਂ ਹੋਵੋਗੇ। Once Lord went to the tree, what is the tree? Fig tree. ਇੱਕ ਵਾਰ ਪ੍ਰਭੂ ਯੀਸ਼ੂ ਮਸੀਹ
ਅੰਜੀਰ ਦੇ ਰੁੱਖ ਦੇ ਕੋਲੋਂ ਦੀ ਲੰਘੇ। It is very green only. ਇਹ ਬਹੁਤ ਹਰਾ ਭਰਾ ਦਿਖਾਈ ਦੇ ਰਿਹਾ ਸੀ, But when Lord went there is no fruit at all. ਪਰ ਜਦ ਪ੍ਰਭੂ ਨੇ ਉਸ ਦੇ ਵੱਲੋਂ ਫਲ ਚਾਹਿਆ ਤਾਂ ਉਸ ਦੇ ਉੱਤੇ ਕੋਈ ਫਲ ਨਹੀਂ ਸੀ। What is that meaning? ਇਸ ਦਾ ਅਰਥ ਕੀ ਹੈ? Outwardly we are showing the Pentecostal and the green tree only. ਬਾਹਰੀ ਤੌਰ ਤੇ ਤਾਂ ਅਸੀਂ ਬੜੇ ਪੰਤੇਕੁਸਤ ਦੇ ਤੇ ਹਰੇ ਭਰੇ ਰੁੱਖ ਦਿਖਦੇ ਹਾਂ, But we are not giving the fruits for the Lord Jesus ਪਰ Christ. ਅਸੀਂ ਪ੍ਰਭੂ ਯਿਸੂ ਮਸੀਹ ਦੇ ਲਈ ਕੋਈ ਫਲ ਨਹੀਂ ਦਿੰਦੇ। We should not be like that. ਇਹ ਅਸੀਂ ਇਸ ਤਰ੍ਹਾਂ ਨਹੀਂ ਹੋਣੇ ਚਾਹੀਦੇ। You must be a green tree as well as you must give the fruits. ਤੁਸੀਂ ਹਰੇ ਭਰੇ ਰੁੱਖ ਹੋਣੇ ਚਾਹੀਦੇ ਹੋ ਤੇ ਫਲਦਾਇਕ ਵੀ ਹੋਣੇ ਚਾਹੀਦੇ ਹੋ। Now, if you want to be continually a green tree in the house of God, ਜੇਕਰ ਤੁਸੀਂ ਪਰਮੇਸ਼ਰ ਦੇ ਘਰ ਵਿੱਚ ਲਗਾਤਾਰ ਇੱਕ ਹਰੇ ਭਰੇ ਰੁੱਖ ਦੀ ਤਰ੍ਹਾਂ ਰਹਿਣਾ ਚਾਹੁੰਦੇ ਹੋ, you have to go through the trials and temptation for your growth, for your edification. ਤੁਹਾਨੂੰ ਆਪਣੀ ਉન્નਤੀ ਦੇ ਲਈ, ਵਾਧੇ ਜਾਂ ਵਿਕਾਸ ਦੇ ਲਈ ਤੁਹਾਨੂੰ ਪਰਖਾਂ ਤੇ ਅਜ਼ਮਾਇਸ਼ਾਂ ਵਿੱਚੋਂ ਜਾਣਾ ਹੀ ਪਏਗਾ। Then only you can become a green tree. ਤਾਂ ਦੀ ਤੁਸੀਂ ਇੱਕ ਹਰਾ ਭਰਾ ਰੁੱਖ ਬਣ ਸਕਦੇ ਹੋ। What are the trials coming for the tree? ਆਤੇ ਉਸ ਰੁੱਖ ਦੇ ਲਈ ਕਿਹੜੀਆਂ-ਕਿਹੜੀਆਂ ਪਰਖਾਂ ਆਉਂਦੀਆਂ ਹਨ? Bible says that you and I only that tree. ਆਤੇ ਬਾਈਬਲ ਕਹਿੰਦੀ ਹੈ ਕਿ ਤੁਸੀਂ ਤੇ ਮੈਂ ਉਹ ਰੁੱਖ ਹਾਂ। What are the trials coming for the tree? ਤੇ ਫਿਰ ਉਸ ਰੁੱਖ ਦੇ ਲਈ ਕਿਹੜੀਆਂ-ਕਿਹੜੀਆਂ ਪਰਖਾਂ ਆਉਂਦੀਆਂ ਹਨ? First of all, the tree received the wind, air and wind against the tree. ਸਭ ਤੋਂ ਪਹਿਲਾਂ ਹਨੇਰੀਆਂ ਅਤੇ ਝੱਖੜ ਉਸ ਰੁੱਖ ਦੇ ਵਿਰੁੱਧ ਝੁੱਲਦੇ ਹਨ। Nowadays, air and wind come and blow, you can't stand also. ਇਹਨਾਂ ਦਿਨਾਂ ਦੇ ਵਿੱਚ ਜੇਕਰ ਹਨੇਰੀ ਜਾਂ ਝੱਖੜ ਤੁਹਾਡੇ ਵਿਰੁੱਧ ਚੱਲਣਗੇ ਤਾਂ ਤੁਸੀਂ ਖੜੇ ਨਹੀਂ ਰਹਿ ਸਕਦੇ। But if you see the trees outside of your house, ਪਰ ਜਦ ਤੁਸੀਂ ਆਪਣੇ ਘਰ ਦੇ ਬਾਹਰ ਰੁੱਖਾਂ ਨੂੰ ਦੇਖਦੇ ਹੋ, they receive the air and the wind every time. ਉਹਨਾਂ ਦੇ ਉੱਤੇ ਹਮੇਸ਼ਾ ਹਨੇਰੀਆਂ ਅਤੇ ਝੱਖੜ ਝੁੱਲਦੇ ਰਹਿੰਦੇ ਹਨ। So many times I observe and wonder how they are bearing. ਕਿੰਨੀ ਵਾਰੀ ਮੈਂ ਦੇਖ ਕੇ ਹੈਰਾਨ ਹੋ ਜਾਂਦਾ ਹਾਂ ਕਿ ਉਹ ਕਿਸ ਤਰ੍ਹਾਂ ਇਹ ਸਾਰਾ ਸਹਿਣ ਕਰਦੇ ਹਨ। But air and wind will blow to the tree. ਪਰ ਹਨੇਰੀ ਅਤੇ ਝੱਖੜ ਉਸ ਰੁੱਖ ਦੇ ਵਿਰੁੱਧ ਚੱਲਣਗੇ। Wind will blow from four side, not only one side. ਚਾਰੇ ਪਾਸਿਓਂ ਹਨੇਰੀ ਉਹਨਾਂ ਦੇ ਵਿਰੁੱਧ ਝੁੱਲੇਗੀ। To make fall down that tree. ਕਿਸੇ ਵੀ ਤਰ੍ਹਾਂ ਉਸ ਰੁੱਖ ਨੂੰ ਗਿਰਾਉਣ ਦੇ ਲਈ। If it is not having the strong roots, the tree will fall down. ਜੇਕਰ ਉਸ ਰੁੱਖ ਦੀਆਂ ਜੜ੍ਹਾਂ ਮਜ਼ਬੂਤ ਨਹੀਂ ਹੋਣਗੀਆਂ ਤਾਂ ਉਹ ਗਿਰ ਜਾਏਗਾ, It will break. ਇਹ ਟੁੱਟ ਜਾਏਗਾ। But when the root is strong, ਪਰ ਜੇਕਰ ਜੜ ਮਜ਼ਬੂਤ ਹੋਏਗੀ ਤਾਂ then it will not fall even the air and wind. ਤਾਂ ਫਿਰ ਇਥੋਂ ਤੱਕ ਕਿ ਹਨੇਰੀਆਂ ਤੇ ਝੱਖੜ ਦੇ ਵਿੱਚ ਵੀ ਇਹ ਗਿਰੇਗਾ ਨਹੀਂ। Dear child of God, if the wind and air will come and blow you, that time if you fall down, that means you are falling from the grace of God. ਪਰਮੇਸ਼ਰ ਦੇ ਪਿਆਰੇ ਬੱਚਿਓ, ਜਦ ਤੁਹਾਡੇ ਵਿਰੁੱਧ ਹਨੇਰੀਆਂ ਤੇ ਝੱਖੜ ਝੁੱਲਦੇ ਹਨ, ਜੇਕਰ ਉਸ ਸਮੇਂ ਤੁਸੀਂ ਗਿਰ ਜਾਂਦੇ ਹੋ ਤਾਂ ਇਸ ਦਾ ਮਤਲਬ ਕਿ ਤੁਸੀਂ ਪਰਮੇਸ਼ਰ ਦੀ ਕਿਰਪਾ ਤੋਂ ਗਿਰ ਗਏ ਹੋ। The tree must have the tree stronger and stronger, deeper and deeper in the ground. ਆਤੇ ਉਹ ਰੁੱਖ ਜ਼ਮੀਨ ਦੇ ਵਿੱਚ ਡੂੰਘੇ ਤੋਂ ਡੂੰਘਾ ਜਾਣਾ ਚਾਹੀਦਾ ਹੈ, ਉਸ ਦੀ ਜੜ ਮਜ਼ਬੂਤ ਹੋਣੀ ਚਾਹੀਦੀ ਹੈ। I don't know how many know this truth. ਮੈਨੂੰ ਨਹੀਂ ਪਤਾ ਕਿੰਨਿਆਂ ਨੂੰ ਇਸ ਸੱਚਾਈ ਦੇ ਬਾਰੇ ਪਤਾ ਹੈ। How this root will go inside. ਕਿਸ ਤਰ੍ਹਾਂ ਇਸ ਰੁੱਖ ਦੀ ਜੜ ਜ਼ਮੀਨ ਦੇ ਵਿੱਚ ਡੂੰਘੀ ਜਾਂਦੀ ਹੈ। I don't know. Children studied in the some book, social book. I don't know. ਮੈਨੂੰ ਨਹੀਂ ਪਤਾ, ਬੱਚਿਆਂ ਨੇ ਸ਼ਾਇਦ ਸਾਇੰਸ ਦੀ ਕਿਤਾਬ ਦੇ ਵਿੱਚ ਪੜ੍ਹਿਆ ਹੋਵੇਗਾ। In science they may learn. I don't know. ਪਤਾ ਨਹੀਂ ਉਹਨਾਂ ਨੇ ਵਿਗਿਆਨ ਦੀ ਵਿਸ਼ੇ ਦੇ ਵਿੱਚ ਪੜ੍ਹਿਆ ਜਾਂ ਨਹੀਂ ਪੜ੍ਹਿਆ। But what is the truth? ਪਰ ਸੱਚਾਈ ਕੀ ਹੈ? When the wind blow from the right side, ਜਦ ਸੱਜੇ ਪਾਸਿਓਂ ਹਨੇਰੀ ਝੁੱਲਦੀ ਹੈ, the root will go to this right side. ਤਾਂ ਜੋ ਜੜ ਹੈ ਉਹ ਸੱਜੇ ਪਾਸੇ ਵੱਲ ਨੂੰ ਵੱਧਦੀ ਹੈ। When it blow from the left side, ਜਦ ਖੱਬੇ ਪਾਸਿਓਂ ਹਨੇਰੀ ਝੁੱਲਦੀ ਹੈ, the root will kick inside and go to the left side. ਤੇ ਜੜ ਜੋ ਹੈ ਉਹ ਖੱਬੇ ਪਾਸੇ ਥੱਲੇ ਜ਼ਮੀਨ ਦੇ ਵਿੱਚ ਮਾਰ ਕੇ ਥੱਲੇ ਜਾਂਦੀ ਹੈ।
how much this four side wind going on blowing, ਅਤੇ ਕਿਸ ਤਰ੍ਹਾਂ ਚਾਰੇ ਪਾਸਿਓਂ ਇਹ ਹਨੇਰੀ ਉਸਦੇ ਵਿਰੁੱਧ ਝੁਲਦੀ ਰਹਿੰਦੀ ਹੈ that much root will go inside. That ਅਤੇ will go ਉਨੀਆਂ inside. ਜ਼ਿਆਦਾ ਉਸ ਦੀਆਂ ਜੜਾਂ ਜ਼ਮੀਨ ਦੇ ਅੰਦਰ ਡੂੰਘੀਆਂ ਜਾਣਗੀਆਂ When the four side the roots go, ਜਦੋਂ ਚਾਰੇ ਪਾਸੇ ਉਹਦੀਆਂ ਜੜਾਂ ਫੈਲ ਜਾਂਦੀਆਂ ਹਨ it will never fall. ਇਹ ਕਦੇ ਨਹੀਂ ਡਿੱਗੇਗਾ It will stronger and stronger. ਇਹ ਮਜ਼ਬੂਤ ਤੋਂ ਮਜ਼ਬੂਤ ਹੁੰਦਾ ਜਾਏਗਾ How much cyclone may come, it will won't break. ਜਿੰਨੇ ਮਰਜ਼ੀ ਤੂਫਾਨ ਆਉਣ ਇਹ ਟੁੱਟੇਗਾ ਨਹੀਂ Because roots are deep and inside. ਕਿਉਂਕਿ ਉਸ ਦੀਆਂ ਜੜਾਂ ਅੰਦਰ ਤੇ ਡੂੰਘੀਆਂ ਹਨ Dear child of God, ਪਰਮੇਸ਼ਰ ਦੇ ਪਿਆਰੇ ਬੱਚਿਓ wind and air will show trials and temptation. ਹਨੇਰੀਆਂ ਅਤੇ ਝੱਖੜ ਪਰਖਾਂ ਅਜ਼ਮਾਇਸ਼ਾਂ ਨੂੰ ਦਰਸਾਉਂਦੇ ਹਨ It will go on blowing to us. ਇਹ ਲਗਾਤਾਰ ਸਾਡੇ ਉੱਤੇ ਝੁਲਦੇ ਰਹਿੰਦੇ ਹਨ Beloved Lord Jesus Christ told in the Matthew 7th chapter 24 and 25, ਪਿਆਰੇ ਪ੍ਰਭੂ ਯੀਸ਼ੂ ਮਸੀਹ ਨੇ ਮੱਤੀ ਦੀ ਇੰਜੀਲ 7 ਦੇ 24 ਤੇ 25 ਵਚਨ ਦੇ ਵਿੱਚ ਦੱਸਿਆ whosoever build their house on the rock, it will not fall. ਜਿਨ੍ਹਾਂ ਨੇ ਆਪਣਾ ਘਰ ਚਟਾਨ ਦੇ ਉੱਤੇ ਬਣਾਇਆ ਇਹ ਡਿੱਗੇਗਾ ਨਹੀਂ It may become storm and wind and blow also, it will not fall. ਮੀਂਹ ਵਰਿਆ ਤੇ ਹੜ੍ਹ ਆਏ ਤੇ ਹਨੇਰੀਆਂ ਵਗੀਆਂ ਔਰ ਉਸ ਘਰ ਨੂੰ ਧੱਕਾ ਮਾਰਿਆ ਪਰ ਉਹ ਨਾ ਡਿੱਗਿਆ What St. Paul says, ਸੰਤ ਪੌਲੁਸ ਕੀ ਕਹਿੰਦੇ ਹਨ dear child of God, your root must be in love. ਪਰਮੇਸ਼ਰ ਦੇ ਪਿਆਰੇ ਬੱਚਿਓ ਤੁਹਾਡੀ ਜੜ ਪ੍ਰੇਮ ਦੇ ਵਿੱਚ ਗੱਡ ਕੇ ਠੁਕੀ ਹੋਣੀ ਚਾਹੀਦੀ ਹੈ Read the Ephesians 3rd chapter 17 and 18. ਪੜਾਂਗੇ ਅਫਸੀਆਂ ਦੀ ਪੱਤਰੀ 3 ਅਧਿਆਇ 17 ਤੇ 18 ਵਚਨ ਕਿ ਮਸੀਹ ਤੁਹਾਡਿਆਂ ਮਨਾਂ ਵਿੱਚ ਨਿਸ਼ਚਾ ਦੇ ਦੁਆਰਾ ਵਸੇ ਤਾਂ ਜੋ ਪ੍ਰੇਮ ਵਿੱਚ ਗੱਡ ਕੇ ਅਤੇ ਠੁੱਕ ਕੇ ਤੁਸੀਂ ਸਾਰੇ ਸੰਤਾਂ ਸਣੇ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਸਕੋ ਕਿ ਕਿੰਨੀ ਹੀ ਚੌੜਾਈ ਲੰਬਾਈ ਉਚਾਈ ਅਤੇ ਡੂੰਘਾਈ ਹੈ ਅਤੇ ਮਸੀਹ ਦੇ ਪ੍ਰੇਮ ਨੂੰ ਜੋ ਗਿਆਨ ਤੋਂ ਪਰੇ ਹੈ ਚੰਗੀ ਤਰ੍ਹਾਂ ਜਾਣ ਸਕੋ ਭਈ ਤੁਸੀਂ ਪਰਮੇਸ਼ਰ ਦੀ ਸਾਰੀ ਭਰਪੂਰ ਹੋ ਜਾਓ that Christ may dwell in your hearts by faith, that ye, being rooted and grounded in love, may be able to comprehend with all saints what is the breadth and length and depth and height. Root and grounded in love. ਤਾਂ ਜੋ ਤੁਸੀਂ ਪ੍ਰੇਮ ਵਿੱਚ ਗੱਡ ਕੇ ਤੇ ਠੁੱਕ ਕੇ ਚੱਲ ਸਕੋ Whosoever living in the love of God, their roots will be go deep and deep. ਜਿਹੜੇ ਪਰਮੇਸ਼ਰ ਦੇ ਪ੍ਰੇਮ ਦੇ ਵਿੱਚ ਰਹਿੰਦੇ ਹਨ ਉਹਨਾਂ ਦੀਆਂ ਜੜਾਂ ਡੂੰਘੀਆਂ ਤੋਂ ਡੂੰਘੀਆਂ ਜਾਣਗੀਆਂ 20 years back, again I will tell the truth and blame. ਤੇ 20 ਸਾਲ ਪਹਿਲਾਂ ਦੀ ਗੱਲ ਮੈਂ ਫਿਰ ਸੱਚਾਈ ਤੇ ਇੱਕ ਦੋਸ਼ ਦੇ ਬਾਰੇ ਦੱਸਦਾ 20 years back, love is not now in the Bidipur church. ਤੇ 20 ਸਾਲ ਪਹਿਲਾਂ ਜੋ ਬਿਧੀਪੁਰ ਕਲੀਸਿਆ ਦੇ ਵਿੱਚ ਪ੍ਰੇਮ ਸੀ ਉਹ ਨਹੀਂ ਹੈ जो प्रेम था 20 साल का पहले, अभी बीदीपुर में नहीं है. करेक्ट बोल. 20 ਸਾਲ ਪਹਿਲਾਂ ਜੋ ਬਿਧੀਪੁਰ ਦੇ ਵਿੱਚ ਪ੍ਰੇਮ ਸੀ ਉਹ ਹੁਣ ਨਹੀਂ ਹੈ सतपाल मान लेते नहीं मानता? हाँ जी, ਠੀਕ ਹੈ ਪਾਸੀ ठीक है बोल रहा सतपाल. What I want to say, ਮੈਂ ਕੀ ਕਹਿਣਾ ਚਾਹੁੰਦਾ ਹਾਂ so many people losing their first love. ਬਹੁਤ ਸਾਰੇ ਲੋਕ ਆਪਣਾ ਪਹਿਲਾ ਪ੍ਰੇਮ ਖੋ ਰਹੇ ਹਨ Lord only told that you lost your first love. ਪ੍ਰਭੂ ਨੇ ਕਿਹਾ ਕਿ ਤੁਸੀਂ ਆਪਣਾ ਪਹਿਲਾ ਪ੍ਰੇਮ ਖੋ ਚੁੱਕੇ ਹੋ Nowadays so many people are losing the love of God. ਇਹਨਾਂ ਦਿਨਾਂ ਵਿੱਚ ਬਹੁਤ ਸਾਰੇ ਲੋਕ ਪਰਮੇਸ਼ਰ ਦੇ ਪ੍ਰੇਮ ਨੂੰ ਖੋ ਰਹੇ ਹਨ Everything is there, but love is not there. ਸਭ ਕੁਝ ਹੈ ਪਰ ਪ੍ਰੇਮ ਨਹੀਂ ਹੈ How can your root will go inside? ਤਾਂ ਤੁਹਾਡੀ ਜੜ ਕਿਸ ਤਰ੍ਹਾਂ ਜ਼ਮੀਨ ਦੇ ਅੰਦਰ ਜਾਏਗੀ But what Paul says, ਪਰ ਸੰਤ ਪੌਲੁਸ ਕੀ ਕਹਿੰਦੇ ਹਨ rooted and grounded in love, along with the saints. Bible says, along with the saints. ਤਾਂ ਜੋ ਪ੍ਰੇਮ ਵਿੱਚ ਗੱਡ ਕੇ ਤੇ ਠੁੱਕ ਕੇ ਤੁਸੀਂ ਸਾਰੇ ਸੰਤਾਂ ਸਣੇ Every believer must have the fellowship with the saints, apostle, and they must be grow and rooted and grounded in love. ਸਾਰੇ ਵਿਸ਼ਵਾਸੀਆਂ ਦੀ ਪਰਮੇਸ਼ਰ ਦੇ ਸੰਤਾਂ ਤੇ ਰਸੂਲਾਂ ਦੇ ਨਾਲ ਸੰਗਤ ਹੋਣੀ ਚਾਹੀਦੀ ਹੈ ਅਤੇ ਉਹ ਉਹਨਾਂ ਦੇ ਨਾਲ ਪਰਮੇਸ਼ਰ ਦੇ ਪ੍ਰੇਮ ਵਿੱਚ ਗੱਡ ਕੇ ਅਤੇ ਠੁੱਕ ਕੇ ਵਧਦੇ ਜਾਣੇ ਚਾਹੀਦੇ ਹਨ When the servants of God just check them and rebuke them and talk them, they won't come to the church, they will run away. Some people, they will run away 2-3 years. ਜਦ ਪਰਮੇਸ਼ਰ ਦੇ ਸੇਵਕ ਕਈ ਵਾਰੀ ਉਹਨਾਂ ਦੀ ਜਾਂਚ ਪੜਤਾਲ ਕਰਦੇ ਹਨ ਜਾਂ ਉਹਨਾਂ ਨੂੰ ਡਾਂਟਦੇ ਹਨ ਤਾਂ ਉਹ ਕਲੀਸਿਆ ਤੋਂ ਦੌੜ ਜਾਂਦੇ ਹਨ 2-3 ਸਾਲ ਤੱਕ ਚਰਚ ਵਿੱਚ ਨਹੀਂ ਆਉਂਦੇ One believer came
last month. ਪਿਛਲੇ ਮਹੀਨੇ ਇੱਕ ਵਿਸ਼ਵਾਸੀ ਆਇਆ, She stopped the church 12 and a half years. ਉਸਨੇ 12.5 ਸਾਲ ਤੋਂ ਚਰਚ ਆਉਣਾ ਛੱਡ ਦਿੱਤਾ ਸੀ। But she came and confessed and told that, Pastor, sorry, hereafter I won't do like that. ਪਰ ਉਸਨੇ ਆ ਕੇ ਇਕਰਾਰ ਕੀਤਾ ਤੇ ਮਾਫੀ ਮੰਗੀ ਅਤੇ ਕਿਹਾ ਕਿ ਪਾਸਟਰ ਜੀ ਹੁਣ ਤੋਂ ਬਾਅਦ ਮੈਂ ਕਦੇ ਇਸ ਤਰ੍ਹਾਂ ਨਹੀਂ ਕਰਾਂਗਾ। When the saints will rebuke you, that is an anointing for you. ਜਦ ਸੇਵਕ ਤੁਹਾਨੂੰ ਡਾਂਟਦੇ ਹਨ ਤਾਂ ਉਹ ਤੁਹਾਡੇ ਲਈ ਮਸਾ ਹੈ। That's why when the trials and temptation come, don't leave the saints. ਇਸ ਕਰਕੇ ਜਦ ਪਰਖਾਂ ਅਜ਼ਮਾਇਸ਼ਾਂ ਆਉਂਦੀਆਂ ਹਨ ਤਾਂ ਸੰਤਾਂ ਨੂੰ ਨਾ ਛੱਡੋ। You are rooted and grounded in love only. ਤੁਸੀਂ ਪ੍ਰੇਮ ਦੇ ਵਿੱਚ ਜੜ ਪਕੜ ਕੇ ਗੱਡ ਕੇ ਤੇ ਠੁੱਕ ਕੇ ਚੱਲਣੇ ਚਾਹੀਦੇ ਹੋ। That's why, dear children of God, when the wind and air blow, the very natural thing says that your rooters going on inside and make strong. ਇਸੇ ਕਰਕੇ ਜਦ ਹਨੇਰੀਆਂ ਤੇ ਝੱਖੜ ਤੁਹਾਡੇ ਵਿਰੁੱਧ ਚੁਲਦੇ ਹਨ ਤਾਂ ਇਹ ਕੁਦਰਤੀ ਗੱਲ ਹੈ ਕਿ ਤੁਹਾਡੀਆਂ ਜੜਾਂ ਜੋ ਹਨ ਜ਼ਮੀਨ ਦੇ ਅੰਦਰ ਡੂੰਘੀਆਂ ਜਾਣਗੀਆਂ ਤੇ ਵੱਧਦੀਆਂ ਫੈਲਦੀਆਂ ਜਾਣਗੀਆਂ। What is the second trial for the tree? ਰੁੱਖ ਦੇ ਲਈ ਦੂਜੀ ਕਿਹੜੀ ਪਰਖ ਹੈ? That is a stone. ਉਹ ਤੂਫਾਨ ਹੈ, Stone. ਪੱਥਰ। If you go to the mango tree, ਜੇ ਤੁਸੀਂ ਅੰਬ ਦੇ ਰੁੱਖ ਦੇ ਕੋਲ ਜਾਓਗੇ immediately the children will take the stone and hit that mango. ਤਾਂ ਤੁਰੰਤ ਬੱਚੇ ਜਾ ਕੇ ਪੱਥਰ ਲੈ ਕੇ ਉਹ ਅੰਬ ਦੇ ਰੁੱਖ ਨੂੰ ਮਾਰਨਗੇ। I also done like that. ਮੈਂ ਵੀ ਇਸ ਤਰ੍ਹਾਂ ਕੀਤਾ। Even the elders also, when they see the good mango, immediately take the stone and hit that. ਇੱਥੋਂ ਤੱਕ ਕਿ ਕਈ ਵਾਰੀ ਵੱਡੇ ਸਿਆਣੇ ਲੋਕ ਵੀ ਜਦ ਕੋਈ ਅੱਛੇ ਅੰਬ ਨੂੰ ਪੱਕੇ ਹੋਏ ਨੂੰ ਦੇਖਦੇ ਹਨ ਤਾਂ ਉਹ ਵੀ ਪੱਥਰ ਲੈ ਕੇ ਮਾਰਦੇ ਹਨ। What it shows? ਇਹ ਕਿਸ ਗੱਲ ਨੂੰ ਦਰਸਾਉਂਦਾ ਹੈ? Stone shows the accusation and blames. ਪੱਥਰ ਜੋ ਹਨ ਦੋਸ਼ ਨੂੰ ਅਤੇ ਹੋਰ ਕਈ ਤਰ੍ਹਾਂ ਦੇ ਇਲਜ਼ਾਮ ਲਗਾਉਣ ਨੂੰ ਦਰਸਾਉਂਦਾ ਹੈ। They won't throw the stones to the tree, but throwing to the mango only. ਆਤੇ ਉਹ ਪੱਥਰ ਰੁੱਖ ਦੇ ਉੱਤੇ ਤਾਂ ਨਹੀਂ ਮਾਰਦੇ, ਉਹ ਤਾਂ ਉਸ ਅੰਬ ਦੇ ਉੱਤੇ ਮਾਰਦੇ ਹਨ। What is that meaning? ਇਸ ਦਾ ਕੀ ਅਰਥ ਹੈ? When you are giving the fruits to others, the stones will come to you. ਜਦ ਤੁਸੀਂ ਦੂਜਿਆਂ ਨੂੰ ਫਲ ਦਿੰਦੇ ਹੋ ਤਾਂ ਤੁਹਾਡੇ ਉੱਤੇ ਪੱਥਰ ਵੱਜਣਗੇ। So many times beating with the sticks, long stick, and beating to the mango to fall down. ਆਤੇ ਕਈ ਵਾਰੀ ਲੰਬਾ ਡੰਡਾ ਲੈ ਕੇ ਉਸ ਅੰਬ ਨੂੰ ਮਾਰਦੇ ਹਨ ਕਿ ਉਹ ਗਿਰ ਜਾਏ। Dear child of God, blame and accusation is there for Christian life. When it comes, you have to give the fruit only. ਪਰਮੇਸ਼ਰ ਦੇ ਪਿਆਰੇ ਬੱਚਿਓ, ਮਸੀਹੀ ਜੀਵਨ ਦੇ ਵਿੱਚ ਦੋਸ਼ ਅਤੇ ਇਲਜ਼ਾਮ ਜ਼ਰੂਰੀ ਹਨ। ਜਦ ਇਹ ਤੁਹਾਡੇ ਉੱਤੇ ਆਉਂਦੇ ਹਨ ਤਾਂ ਉਸ ਸਮੇਂ ਵੀ ਸਾਨੂੰ ਫਲ ਦੇਣਾ ਚਾਹੀਦਾ ਹੈ। If anyone blame us and make accusation, immediately we won't talk with them, we want to see their face. ਜਦ ਕੋਈ ਸਾਡੇ ਉੱਤੇ ਦੋਸ਼ ਲਗਾਉਂਦਾ ਹੈ, ਇਲਜ਼ਾਮ ਲਗਾਉਂਦਾ ਹੈ ਤਾਂ ਅਸੀਂ ਉਹਨਾਂ ਦੇ ਨਾਲ ਗੱਲ ਨਹੀਂ ਕਰਨਾ ਚਾਹੁੰਦੇ, ਉਹਨਾਂ ਦਾ ਮੂੰਹ ਵੀ ਨਹੀਂ ਦੇਖਣਾ ਚਾਹੁੰਦੇ। But what mango do? ਪਰ ਅੰਬ ਕੀ ਕਰਦਾ ਹੈ? When you throw the stone, ਜਦ ਉਸ ਦੇ ਉੱਤੇ ਪੱਥਰ ਮਾਰਿਆ ਜਾਂਦਾ ਹੈ mango will say, you are beaten me with the stone. ਤਾਂ ਅੰਬ ਕਹੇਗਾ ਕਿ ਤੁਸੀਂ ਮੈਨੂੰ ਪੱਥਰ ਦੇ ਨਾਲ ਮਾਰਿਆ। And mango says that, take and eat. ਤਾਂ ਅੰਬ ਕਹੇਗਾ ਲਓ ਤੇ ਖਾਓ। Take and eat. ਲਓ ਤੇ ਖਾਓ। This is a Christian life. ਇਹੀ ਮਸੀਹੀ ਜੀਵਨ ਹੈ। When the people will blame and accusation, we have to give them mango, otherwise sweet things to others. ਜਦ ਲੋਕ ਸਾਡੇ ਉੱਤੇ ਦੋਸ਼ ਜਾਂ ਇਲਜ਼ਾਮ ਲਗਾਉਂਦੇ ਹਨ ਤਾਂ ਉਸ ਸਮੇਂ ਅਸੀਂ ਉਹਨਾਂ ਨੂੰ ਅੰਬ ਨਹੀਂ ਤਾਂ ਖਾਣ ਦੇ ਲਈ ਕੁਝ ਮਿੱਠਾ ਦੇਣਾ ਹੈ। That is Christ's life. ਇਹੀ ਮਸੀਹੀ ਜੀਵਨ ਹੈ। When the people blame and accuse the Jesus, he forgiven them, he loved them. ਜਦ ਪ੍ਰਭੂ ਯੀਸ਼ੂ ਮਸੀਹ ਦੇ ਉੱਤੇ ਲੋਕਾਂ ਨੇ ਦੋਸ਼ ਲਗਾਏ, ਇਲਜ਼ਾਮ ਲਗਾਏ ਤਾਂ ਉਸਨੇ ਉਹਨਾਂ ਨੂੰ ਮਾਫ ਕੀਤਾ ਤੇ ਉਹਨਾਂ ਨੂੰ ਪਿਆਰ ਕੀਤਾ। What is the third one? ਤੀਜਾ ਕੀ ਹੈ? People will take the sword and smite the tree. ਲੋਕ ਤਲਵਾਰ ਲੈ ਕੇ ਰੁੱਖ ਨੂੰ ਮਾਰਦੇ ਹਨ। Smite with the sword, otherwise knife. ਚਾਕੂ ਦੇ ਨਾਲ ਨਹੀਂ ਤਾਂ ਤਲਵਾਰ ਦੇ ਨਾਲ ਉਸ ਨੂੰ ਮਾਰਦੇ ਜਾਂ ਕੱਟਦੇ ਹਨ। What it shows? ਇਹ ਕਿਸ ਗੱਲ ਨੂੰ ਦਰਸਾਉਂਦਾ ਹੈ? That is in the life so many type of the persecution. ਜੀਵਨ ਦੇ ਵਿੱਚ ਕਈ ਪ੍ਰਕਾਰ ਦਾ ਸਤਾਓ। 2 Timotheus 3rd chapter 12th verse. ਦੂਜਾ ਤਿਮੋਥੀਉਸ ਤੀਜਾ ਅਧਿਆਇ 12 ਵਚਨ। If you are a real Christian,
ਜੇ ਤੁਸੀਂ ਸੱਚੇ ਮਸੀਹੀ ਹੋ, if you are really believer, ਜੇ ਤੁਸੀਂ ਸੱਚੇ ਵਿਸ਼ਵਾਸੀ ਹੋ, if you are a Jerusalem and Zion, ਜੇ ਤੁਸੀਂ ਯਰੂਸ਼ਲਮ ਅਤੇ ਸਿਯੋਨ ਹੋ, you will be persecuted, Bible says. ਬਾਈਬਲ ਕਹਿੰਦੀ ਹੈ ਕਿ ਤੁਸੀਂ ਨਿਸ਼ਚੈ ਸਤਾਏ ਜਾਓਗੇ। ਜੇ ਸਹਾਰ ਲਈਏ ਤਾਂ ਉਹਦੇ ਨਾਲ ਰਾਜ ਵੀ ਕਰਾਂਗੇ, ਜੇ ਉਹਦਾ ਇਨਕਾਰ ਕਰੀਏ ਤਾਂ ਉਹ ਵੀ ਸਾਡਾ ਇਨਕਾਰ ਕਰੇਗਾ। 3:12 ਹਾਂ, ਸਭੇ ਜਿਨੇ ਮਸੀਹ ਯੀਸ਼ੂ ਵਿੱਚ ਭਗਤੀ ਨਾਲ ਉਮਰ ਕੱਟਣੀ ਚਾਹੁੰਦੇ ਹਨ ਸੋ ਸਤਾਏ ਜਾਣਗੇ। Yea, and all that will live godly in Christ Jesus shall suffer persecution. If you want to live a godly life, ਜੇ ਤੁਸੀਂ ਭਗਤੀ ਵਾਲਾ ਜੀਵਨ ਬਤੀਤ ਕਰਨਾ ਚਾਹੁੰਦੇ ਹੋ, if you want to live a holy life, ਜੇ ਤੁਸੀਂ ਪਵਿੱਤਰ ਜੀਵਨ ਬਤੀਤ ਕਰਨਾ ਚਾਹੁੰਦੇ ਹੋ, the sword will come and knife will come. ਤਾਂ ਚਾਕੂ ਅਤੇ ਤਲਵਾਰ ਤੁਹਾਡੇ ਉੱਤੇ ਆਏਗੀ। Bible says in Psalms, sword and knife comparable to the words which is pierce the people. ਬਾਈਬਲ ਦੇ ਵਿੱਚ ਇਹਨਾਂ ਚਾਕੂਆਂ ਤੇ ਤਲਵਾਰਾਂ ਦੀ ਤੁਲਨਾ ਸਾਡੀ ਜੀਭ ਦੇ ਸ਼ਬਦਾਂ ਦੇ ਨਾਲ ਕੀਤੀ ਹੈ, ਜਿਹੜੀ ਅੰਦਰ ਹੀ ਅੰਦਰ ਵਿੰਨ ਜਾਂਦੇ ਹਨ, Smiting others. ਦੂਜਿਆਂ ਨੂੰ ਵਿੰਨ ਜਾਂਦੇ ਹਨ। Because you want to live the godly life, that's why persecution will come. ਕਿਉਂਕਿ ਤੁਸੀਂ ਭਗਤੀ ਵਾਲਾ ਜੀਵਨ ਬਤੀਤ ਕਰਨਾ ਚਾਹੁੰਦੇ ਹੋ, ਇਸੇ ਕਰਕੇ ਸਤਾਅ ਹੁੰਦਾ ਹੈ। But what you have to give? ਪਰ ਤੁਸੀਂ ਕੀ ਦੇਣਾ ਹੈ? In the place of that, you have to give the sweet smell. ਤੇ ਉਸ ਦੀ ਜਗ੍ਹਾ ਤੇ ਉਹ ਬਹੁਤ ਹੀ ਸੁੰਦਰ ਖੁਸ਼ਬੂ ਦਿੰਦੇ ਹਨ। Example, ਉਦਾਹਰਨ, if you go to the Kerala and here also, I think, ਜੇ ਤੁਸੀਂ ਕੇਰਲਾ ਦੇ ਵਿੱਚ ਤੇ ਸ਼ਾਇਦ ਇੱਥੇ ਵੀ ਹੋਏਗਾ ਦੇਖ ਜਾਓਗੇ ਤਾਂ a rubber plant is there, rubber. ਜੇ ਰਬੜ ਦੇ ਰੁੱਖ ਨੂੰ ਦੇਖੋਗੇ ਤਾਂ They will use the knife and sword. ਉਹ ਉਸ ਦੇ ਲਈ ਚਾਕੂ ਅਤੇ ਤਲਵਾਰ ਦਾ ਇਸਤੇਮਾਲ ਕਰਦੇ ਹਨ। What that tree will give, you know? ਤੇ ਉਹ ਰੁੱਖ ਕੀ ਦੇਵੇਗਾ ਤੁਹਾਨੂੰ ਪਤਾ ਹੈ? Milk it will give. ਉਹ ਉਸ ਦੇ ਵਿੱਚੋਂ ਦੁੱਧ ਨਿਕਲਦਾ ਹੈ, When milk boil, it is become a rubber. ਤੇ ਜਦ ਉਸ ਦੁੱਧ ਨੂੰ ਉਬਾਲਿਆ ਜਾਂਦਾ ਹੈ ਤਾਂ ਉਹ ਰਬੜ ਬਣ ਜਾਂਦੀ ਹੈ। When the people use the words of the knife and sword, you must be a sweet savior to sweet smell to others. ਜਦ ਲੋਕ ਤੁਹਾਡੇ ਉੱਤੇ ਚਾਕੂਆਂ ਜਾਂ ਬਰਛੀਆਂ ਜਾਂ ਤਲਵਾਰਾਂ ਵਰਗੇ ਸ਼ਬਦਾਂ ਦਾ ਇਸਤੇਮਾਲ ਕਰਦੇ ਹਨ ਤਾਂ ਉਸ ਸਮੇਂ ਤੁਸੀਂ ਉਹਨਾਂ ਨੂੰ ਸੁੰਦਰ ਖੁਸ਼ਬੂ ਦੇਣੀ ਹੈ। Example, ਉਦਾਹਰਨ, there is a rose flower. ਗੁਲਾਬ ਦਾ ਫੁੱਲ ਹੈ, The wind and storm will blow. ਜਦ ਹਨੇਰੀ ਤੇ ਝੱਖੜ ਉਸ ਦੇ ਉੱਤੇ ਝੁਲਦੇ ਹਨ, It will going on hitting here and there. ਇਹ ਇੱਧਰ ਉੱਧਰ ਕੰਡਿਆਂ ਵਿੱਚ ਵੱਜਦਾ ਰਹੇਗਾ। But what happened, you know? ਤਾਂ ਤੁਹਾਨੂੰ ਪਤਾ ਕੀ ਹੁੰਦਾ ਹੈ? That thorns will pierce the flower. ਤੇ ਉਹ ਕੰਡੀ ਜੋ ਹਨ ਉਹ ਫੁੱਲ ਨੂੰ ਵਿੰਨ ਦਿੰਦੇ ਹਨ। Under the tree only thorns are there. ਤੇ ਉਸ ਰੁੱਖ ਦੇ ਹੇਠਾਂ ਜਾਂ ਫੁੱਲ ਦੇ ਹੇਠਾਂ ਕੰਡੇ ਹੁੰਦੇ When ਹਨ। the wind will blow like that, the thorns will pierce. ਜਦ ਹਨੇਰੀ ਚੁੱਲੇਗੀ ਤਾਂ ਉਹ ਕੰਡੇ ਉਸ ਫੁੱਲ ਨੂੰ ਵਿੰਨ ਦਿੰਦੇ ਹਨ। Flower never cry and never blame, never scold to that thorns. ਤੇ ਫੁੱਲ ਕਦੇ ਵੀ ਰੋਂਦਾ ਨਹੀਂ ਹੈ, ਦੋਸ਼ ਨਹੀਂ ਲਗਾਉਂਦਾ ਤੇ ਉਹਨਾਂ ਕੰਡਿਆਂ ਨੂੰ ਡਾਂਟਦਾ ਨਹੀਂ ਹੈ। Sweet smell will give by the rose. ਤੇ ਉਸ ਦੇ ਬਦਲੇ ਵਿੱਚ ਉਹ ਸੁੰਦਰ ਖੁਸ਼ਬੂ ਦਿੰਦਾ ਹੈ। The same manner, dear child of God, people will talk evil against us and talk like a sword and knife. ਇਸੇ ਤਰ੍ਹਾਂ ਪਰਮੇਸ਼ਰ ਦੇ ਪਿਆਰੇ ਬੱਚਿਓ, ਲੋਕ ਸਾਡੇ ਵਿਰੁੱਧ ਬੁਰਾ ਬੋਲਣਗੇ, ਉਹ ਤਲਵਾਰ ਦੀ ਤਰ੍ਹਾਂ, ਚਾਕੂ ਦੀ ਤਰ੍ਹਾਂ, ਬਰਛੀਆਂ ਦੇ ਵਿਰੁੱਧ ਬਰਛੀਆਂ ਦੀ ਤਰ੍ਹਾਂ ਸਾਡੇ ਲਈ ਸ਼ਬਦਾਂ ਦਾ ਇਸਤੇਮਾਲ ਕਰਨਗੇ। That means a Christian having the persecution. Don't forget that. ਇਸ ਕਰਕੇ ਭੁੱਲਣਾ ਨਹੀਂ, ਇਸ ਦਾ ਮਤਲਬ ਕਿ ਮਸੀਹੀ ਜੀਵਨ ਦੇ ਲਈ ਸਤਾਅ ਹੈ। 1 Peter 2nd chapter 19 to 23rd verse, which suffer by the Lord Jesus Christ. ਪਹਿਲਾ ਪਤਰਸ 2:19 ਤੇ 20 ਵਚਨ, ਮਤਲਬ ਉਹ ਦੁੱਖ ਜੋ ਪ੍ਰਭੂ ਯਿਸੂ ਮਸੀਹ ਨੇ ਝੱਲੇ, But he never opened his mouth. ਪਰ ਉਸਨੇ ਕਦੇ ਆਪਣਾ ਮੂੰਹ ਨਹੀਂ ਖੋਲਿਆ। We must practice like that, like our Lord Jesus. ਸਾਨੂੰ ਵੀ ਉਸੇ ਤਰ੍ਹਾਂ ਆਪਣੇ ਪ੍ਰਭੂ ਯਿਸੂ ਮਸੀਹ ਦੀ ਤਰ੍ਹਾਂ ਅਭਿਆਸ ਕਰਨਾ ਚਾਹੀਦਾ ਹੈ। So tree having that trial. ਇਸ ਕਰਕੇ ਰੁੱਖ ਦੇ ਲਈ ਪਰਖਾਂ ਹਨ। What is the fourth trial for the tree? ਤੇ ਰੁੱਖ ਦੇ ਲਈ ਚੌਥੀ ਕਿਹੜੀ ਪਰਖ ਹੈ? That is axe. ਉਹ ਕੁल्हाड़ी ਹੈ। Axe. ਕੁਹਾੜੀ। So it will put upon the tree and cut off. ਤੇ ਇਹ ਰੁੱਖ ਦੀ ਜੜ ਦੇ ਉੱਤੇ ਲਗਾਈ ਜਾਂਦੀ ਹੈ ਤੇ ਇਸ ਨੂੰ ਕੱਟਿਆ ਜਾਂਦਾ ਹੈ। Because it is having the fruits. ਕਿਉਂਕਿ ਇਸ ਦੇ ਉੱਤੇ ਫਲ ਹਨ। And it is used for the so many wood works. ਤੇ ਕਈ ਅੱਛੇ ਕੰਮਾਂ ਦੇ ਲਈ ਇਸ ਨੂੰ ਇਸਤੇਮਾਲ ਕੀਤਾ ਜਾਂਦਾ ਹੈ। So they will cut off sometime for other use. ਕਈ ਵਾਰੀ ਕਿਸੇ ਹੋਰ ਕੰਮ ਦੇ ਇਸਤੇਮਾਲ ਦੇ ਲਈ ਉਹ ਇਸ ਨੂੰ ਕੱਟ ਦਿੰਦੇ ਹਨ। Dear child of God, that is
a type of the persecution and the type of the rejected by people. ਪਰਮੇਸ਼ਰ ਦੇ ਪਿਆਰੇ ਬੱਚਿਓ, ਇਹ ਇੱਕ ਕਿਸਮ ਦਾ ਸਤਾਓ ਹੈ, ਨਹੀਂ ਤਾਂ ਲੋਕਾਂ ਦੇ ਵੱਲੋਂ ਰੱਦ ਕੀਤੇ ਜਾਣੇ। That's why we have to bear that axe also. ਇਸ ਕਰਕੇ ਅਸੀਂ ਉਸ ਕੁਹਾੜੀ ਨੂੰ ਵੀ ਸਹਿਨ ਕਰਨਾ ਹੈ। So many times we are not allowing these sufferings in our life. ਕਿ ਬਹੁਤ ਵਾਰ ਅਸੀਂ ਇਹਨਾਂ ਦੁੱਖਾਂ ਨੂੰ ਆਪਣੇ ਜੀਵਨ ਵਿੱਚ ਆਉਣ ਦੀ ਇਜਾਜ਼ਤ ਨਹੀਂ ਦਿੰਦੇ। Sometimes a tree having the thorns, ਕਈ ਵਾਰੀ ਰੁੱਖ ਦੇ ਉੱਤੇ ਕੰਡੇ ਹੁੰਦੇ ਹਨ, it will pierce others. ਇਹ ਦੂਜਿਆਂ ਨੂੰ ਚੁਭਦੇ ਹਨ, ਵਿੰਨ੍ਹਦੇ ਹਨ। We should not be like that tree. ਸਾਨੂੰ ਉਸ ਰੁੱਖ ਦੀ ਤਰ੍ਹਾਂ ਨਹੀਂ ਹੋਣਾ ਚਾਹੀਦਾ। We have to give the incense and fragrance to others. ਅਸੀਂ ਦੂਜਿਆਂ ਨੂੰ ਖੁਸ਼ਬੂ ਦੇਣੀ ਹੈ, But we should not pierce others. ਪਰ ਸਾਨੂੰ ਦੂਜਿਆਂ ਨੂੰ ਵਿੰਨਣਾ ਨਹੀਂ ਚਾਹੀਦਾ। That type of tree we should not be in the world. ਸਾਨੂੰ ਸੰਸਾਰ ਦੇ ਵਿੱਚ ਇਸ ਤਰ੍ਹਾਂ ਦਾ ਰੁੱਖ ਨਹੀਂ ਹੋਣਾ ਚਾਹੀਦਾ। Some people say, hey, don't go to that person, he will pierce and talk like anything. ਹਾਂ, ਤੇ ਕੁਝ ਲੋਕ ਕਹਿੰਦੇ ਹਨ ਕਿ ਨਾ ਨਾ ਉਸ ਵਿਅਕਤੀ ਦੇ ਕੋਲ ਨਹੀਂ ਜਾਣਾ, ਉਹ ਤਾਂ ਇਸ ਤਰ੍ਹਾਂ ਗੱਲ ਕਰੇਗਾ, ਚੁੱਭੇਗਾ, ਵਿੰਨ ਦੇਵੇਗਾ। If we give the pain, ਜੇ ਅਸੀਂ ਦੂਜਿਆਂ ਨੂੰ ਦਰਦ ਦਿੰਦੇ ਆ the same pain will come to us. ਤਾਂ ਉਹੀ ਦਰਦ ਸਾਡੇ ਉੱਤੇ ਵੀ ਆਏਗੀ। When you see the honey bee, क्या बोले bees है? ਹਾਂ, ਹਨੀ ਬੀ, ਮਧੂਮੱਖੀਆਂ। Honeycomb. ਜਦ ਅਸੀਂ ਸ਼ਹਿਦ ਦੀਆਂ ਮੱਖੀਆਂ ਦਾ ਛੱਤਾ ਦੇਖਦੇ ਆ। One day I am sitting in the meeting that you will come and smite me. ਇੱਕ ਦਿਨ ਮੈਂ ਮੀਟਿੰਗ Came and smite me. ਇੱਕ ਦਿਨ ਮੈਂ ਮੀਟਿੰਗ ਦੇ ਵਿੱਚ ਬੈਠਾ ਹੋਇਆ ਸੀ ਤੇ ਮਧੂਮੱਖੀ ਨੇ ਆ ਕੇ ਮੈਨੂੰ ਕੱਟ ਦਿੱਤਾ, But same time immediately they fall down. ਪਰ ਉਸੇ ਸਮੇਂ ਨਾਲ ਹੀ ਉਹ ਡਿੱਗ ਗਈ। I am suffering here ਮੇਰੇ ਤਾਂ ਹੱਥ ਤੇ ਦਰਦ ਹੋ ਰਿਹਾ ਸੀ, and she suffered and died also. ਉਹ ਵੀ ਖੁਦ ਦੁੱਖ ਉਠਾ ਕੇ ਮਰ ਗਈ। Like that, if we pierce others, if we are giving to hurt to others, the same thing will come to us also. ਜੇ ਅਸੀਂ ਦੂਜਿਆਂ ਨੂੰ ਵਿੰਨਦੇ ਹਾਂ, ਜੇ ਅਸੀਂ ਦੂਜਿਆਂ ਨੂੰ ਠੇਸ ਪਹੁੰਚਾਉਂਦੇ ਹਾਂ ਤਾਂ ਉਹੀ ਕੁਝ ਸਾਡੇ ਉੱਤੇ ਵੀ ਆਏਗਾ। That thorns will not give the peace and comfort to others. ਹਾਂ, ਤੇ ਕੰਡੇ ਦੂਜਿਆਂ ਨੂੰ ਸ਼ਾਂਤੀ ਤੇ ਦਿਲਾਸਾ ਨਹੀਂ ਦਿੰਦੇ। Dear child of God, our tree must give the comfort and rest to others. ਪਰਮੇਸ਼ਰ ਦੇ ਪਿਆਰੇ ਬੱਚਿਓ, ਸਾਡਾ ਰੁੱਖ ਦੂਜਿਆਂ ਨੂੰ ਦਿਲਾਸਾ ਤੇ ਸ਼ਾਂਤੀ ਦੇਣਾ ਚਾਹੀਦਾ ਹੈ। What Lord told in the Matthew 11 chapter 28, ਪ੍ਰਭੂ ਯੀਸ਼ੂ ਮਸੀਹ ਨੇ ਮੱਤੀ ਦੀ ਇੰਜੀਲ 11 ਦੇ 28 ਵਚਨ ਦੇ ਵਿੱਚ ਕੀ ਕਿਹਾ? ਇਹ ਸਾਰੇ ਥੱਕੇ ਹੋਇਓ ਅਤੇ ਭਾਰ ਹੇਠ ਦੱਬੇ ਹੋਇਓ, ਮੇਰੇ ਕੋਲ ਆਓ ਤਾਂ ਮੈਂ ਤੁਹਾਨੂੰ ਆਰਾਮ ਦਿਆਂਗਾ। Come unto me, all ye that labor and are heavy laden, and I will give you rest. So Lord gave the rest. ਇਸ ਕਰਕੇ ਪ੍ਰਭੂ ਸਾਨੂੰ ਵਿਸ਼ਰਾਮ ਦੇਵੇਗਾ। Your tree must be green. ਤੁਹਾਡਾ ਰੁੱਖ ਹਰਾ ਹੋਣਾ ਚਾਹੀਦਾ ਹੈ। The people must come and take the rest in the shadow of the tree. ਅਤੇ ਲੋਕ ਆ ਕੇ ਉਸ ਰੁੱਖ ਦੀ ਛਾਂ ਦੇ ਹੇਠਾਂ ਆਰਾਮ ਕਰਨੇ ਚਾਹੀਦੇ ਹਨ। People must come to you and take the rest. ਲੋਕ ਤੁਹਾਡੇ ਕੋਲ ਆ ਕੇ ਆਰਾਮ ਪਾਣੇ ਚਾਹੀਦੇ ਹਨ। They will receive the comfort. ਉਹ ਦਿਲਾਸਾ ਪਾਣੇ ਚਾਹੀਦੇ ਹਨ। That is called the green olive tree in the house of God. ਇਸ ਨੂੰ ਪਰਮੇਸ਼ਰ ਦੇ ਘਰ ਦੇ ਵਿੱਚ ਹਰਾ ਭਰਾ ਜ਼ੈਤੂਨ ਦਾ ਰੁੱਖ ਕਿਹਾ ਜਾਂਦਾ ਹੈ। Our Lord Jesus Christ gave the rest for us forever and ever. ਸਾਡੇ ਪ੍ਰਭੂ ਯੀਸ਼ੂ ਮਸੀਹ ਨੇ ਸਾਡੇ ਲਈ ਜੁਗੋ ਜੁਗ ਦਾ ਵਿਸ਼ਰਾਮ ਦਿੱਤਾ ਹੈ। That's why, dear children of God, ਇਸ ਲਈ ਪਰਮੇਸ਼ਰ ਦੇ ਪਿਆਰੇ ਬੱਚਿਓ, we must be green olive tree in the house of God. ਸਾਨੂੰ ਪਰਮੇਸ਼ਰ ਦੇ ਘਰ ਦੇ ਵਿੱਚ ਹਰਾ ਭਰਾ ਜ਼ੈਤੂਨ ਦਾ ਰੁੱਖ ਹੋਣਾ ਚਾਹੀਦਾ ਹੈ। But tree having these all temptations, ਪਰ ਇੱਕ ਰੁੱਖ ਦੇ ਲਈ ਇਹ ਸਾਰੀਆਂ ਪਰਖਾਂ ਅਜ਼ਮਾਇਸ਼ਾਂ ਹੁੰਦੀਆਂ ਹਨ, all the persecutions, ਸਾਰ ਤਰ੍ਹਾਂ ਦਾ ਸਤਾਅ ਹੁੰਦਾ ਹੈ, but we have to bear it. ਪਰ ਅਸੀਂ ਇਸ ਨੂੰ ਸਹਿਨ ਕਰਨਾ ਹੈ। How our Lord bear on the cross, we have to bear for Christ. ਜਿਸ ਤਰ੍ਹਾਂ ਸਾਡੇ ਪ੍ਰਭੂ ਯੀਸ਼ੂ ਮਸੀਹ ਨੇ ਸਲੀਬ ਦੇ ਉੱਤੇ ਸਾਰਾ ਕੁਝ ਸਹਿ ਲਿਆ, ਅਸੀਂ ਮਸੀਹ ਦੀ ਖਾਤਰ ਇਹ ਸਾਰਾ ਕੁਝ ਸਹਿਨ ਕਰਨਾ ਹੈ। Pastor, this morning you told this message. Why, Pastor? ਪਾਸਟਰ ਜੀ, ਅੱਜ ਸਵੇਰ ਦੇ ਸਮੇਂ ਤੁਸੀਂ ਇਹ ਸੰਦੇਸ਼ ਕਿਉਂ ਕਿਹਾ? Because God told to tell you, that's why I told. ਕਿਉਂਕਿ ਪਰਮੇਸ਼ਰ ਨੇ ਤੁਹਾਨੂੰ ਦੱਸਣ ਲਈ ਕਿਹਾ, ਇਸ ਲਈ ਮੈਂ ਦੱਸਿਆ। Why I am telling? ਮੈਂ ਕਿਉਂ ਕਹਿ ਰਿਹਾ? In this convention, you have to suffer. ਇਸ ਸੰਮੇਲਨ ਦੇ ਵਿੱਚ ਤੁਸੀਂ ਮਸੀਹ ਦੇ ਲਈ ਦੁੱਖ ਉਠਾਉਣਾ ਹੈ। Don't take rest in your houses. ਆਪਣੇ ਘਰਾਂ ਦੇ ਵਿੱਚ ਵਿਸ਼ਰਾਮ ਨਹੀਂ ਕਰਨਾ, Don't live comfort life. ਆਰਾਮ ਵਾਲਾ ਜੀਵਨ ਨਹੀਂ ਬਿਤਾਣਾ, Suffer for Christ. ਮਸੀਹ ਦੇ ਲਈ ਦੁੱਖ ਉਠਾਓ। In the convention, all must suffer for Christ. ਸੰਮੇਲਨ ਦੇ ਵਿੱਚ ਸਾਰੇ ਮਸੀਹ ਦੇ ਲਈ ਦੁੱਖ ਉਠਾਉਣੇ ਚਾਹੀਦੇ ਹਨ। When you are doing the ministry in the convention, ਜਦ ਤੁਸੀਂ ਸੰਮੇਲਨ ਦੇ ਵਿੱਚ ਪ੍ਰਭੂ ਦੇ ਲਈ ਸੇਵਾ ਕਰਦੇ ਹੋ,
People will talk evil against you. ਲੋਕ ਤੁਹਾਡੇ ਵਿਰੁੱਧ ਬੋਲਣਗੇ, They will persecute you. ਉਹ ਤੁਹਾਨੂੰ ਸਤਾਣਗੇ, Their words will be like a knife and sword pierce you. ਉਹਨਾਂ ਦੇ ਸ਼ਬਦ ਚਾਕੂਆਂ ਤੇ ਤਲਵਾਰਾਂ ਤੇ ਛੁਰੀਆਂ ਦੀ ਤਰ੍ਹਾਂ ਤੁਹਾਨੂੰ ਵਿੰਨ ਦੇਣਗੇ, And wind and air will blow you. ਹਨੇਰੀ ਤੇ ਝੱਖੜ ਤੁਹਾਡੇ ਵਿਰੁੱਧ ਚੱਲਣਗੇ। But you have to suffer for Christ. ਪਰ ਤੁਸੀਂ ਮਸੀਹ ਦੇ ਲਈ ਦੁੱਖ ਉਠਾਣਾ ਹੀ ਹੈ। In convention, you have to suffer for Christ. ਸੰਮੇਲਨ ਦੇ ਵਿੱਚ ਤੁਸੀਂ ਮਸੀਹ ਦੇ ਲਈ ਦੁੱਖ ਉਠਾਣਾ ਹੈ। Not only that, ਕੇਵਲ ਇੰਨਾ ਹੀ ਨਹੀਂ, for the coming of the Lord, ਪ੍ਰਭੂ ਦੀ ਆਮਦ ਦੇ ਲਈ you must suffer for Christ to receive the glory of God. ਅਤੇ ਮਸੀਹ ਦੀ ਮਹਿਮਾ ਪ੍ਰਾਪਤ ਕਰਨ ਦੇ ਲਈ ਤੁਸੀਂ ਉਸ ਦੇ ਲਈ ਦੁੱਖ ਉਠਾਣਾ ਹੈ। In Christian life, there is a persecution. ਮਸੀਹੀ ਜੀਵਨ ਦੇ ਵਿੱਚ ਸਤਾਓ ਹੈ। In Christ's life, we have to suffer. ਮਸੀਹੀ ਜੀਵਨ ਦੇ ਵਿੱਚ ਅਸੀਂ ਉਸ ਦੇ ਲਈ ਦੁੱਖ ਉਠਾਣਾ ਹੈ। That will transform into the glory to live with the Lord forever and ever. ਅਤੇ ਉਹ ਮਹਿਮਾ ਦੇ ਵਿੱਚ ਬਦਲ ਜਾਏਗਾ ਜੁਗੋ ਜੁਗ ਮਸੀਹ ਦੇ ਨਾਲ ਰਹਿਣ ਦੇ ਲਈ। That's why, dear children of God, today onwards, make a decision to live for Christ and suffer for Christ. ਇਸ ਕਰਕੇ ਪਰਮੇਸ਼ਰ ਦੇ ਪਿਆਰੇ ਬੱਚਿਓ, ਅੱਜ ਹੀ ਫੈਸਲਾ ਕਰੋ ਮਸੀਹ ਦੇ ਲਈ ਜਿਉਣ ਦੇ ਲਈ ਤੇ ਮਸੀਹ ਦੇ ਲਈ ਦੁੱਖ ਉਠਾਉਣ ਦੇ ਲਈ। All the new workers must be learn this truth. ਸਾਰੇ ਨਵੇਂ ਸੇਵਕ ਇਸ ਸੱਚਾਈ ਨੂੰ ਸਿੱਖਣੇ ਚਾਹੀਦੇ ਹਨ। Suffer for Christ. ਮਸੀਹ ਲਈ ਦੁੱਖ ਉਠਾਉਣਾ That is the glory of God. ਉਹ ਤੁਹਾਡੇ ਲਈ ਪਰਮੇਸ਼ਰ ਦੀ ਮਹਿਮਾ ਬਣ ਜਾਏਗਾ। Lord is coming very soon. ਪ੍ਰਭੂ ਬਹੁਤ ਜਲਦੀ ਆ ਰਹੇ ਹਨ। All kneel down ਸਾਰੇ ਗੋਡਿਆਂ ਦੇ ਖੜੇ ਹੋ ਜਾਵਾਂਗੇ, and surrender our life. ਆਪਣਾ ਜੀਵਨ ਸਮਰਪਿਤ ਕਰਾਂਗੇ। Thus far you are hated the sufferings. ਅਤੇ ਹੁਣ ਤੱਕ ਤੁਸੀਂ ਦੁੱਖਾਂ ਨੂੰ ਨਫ਼ਰਤ ਕਰਦੇ ਰਹੇ। Sometime you are run away from the suffering. ਕਈ ਵਾਰੀ ਤੁਸੀਂ ਦੁੱਖਾਂ ਤੋਂ ਦੌੜ ਗਏ। When the persecution come, sometime you want to leave the Lord. ਅਤੇ ਜਦ ਸਤਾ ਆਇਆ ਤਾਂ ਕਈ ਵਾਰੀ ਤੁਸੀਂ ਪ੍ਰਭੂ ਨੂੰ ਛੱਡ ਦਿੱਤਾ। But these sufferings only make you a glorious person in heavenly place. ਪਰ ਇਹ ਦੁੱਖ ਹੀ ਤੁਹਾਨੂੰ ਸਵਰਗੀ ਥਾਵਾਂ ਦੇ ਉੱਤੇ ਇੱਕ ਜਲਾਲੀ ਵਿਅਕਤੀ ਬਣਾਉਣਗੇ। Today onwards to love to suffer. ਇਸ ਕਰਕੇ ਅੱਜ ਤੋਂ ਲੈ ਕੇ ਦੁੱਖ ਉਠਾਉਣ ਨੂੰ ਪਿਆਰ ਕਰੋ। You know the horse life. ਤੁਸੀਂ ਘੋੜੇ ਦੇ ਜੀਵਨ ਨੂੰ ਜਾਣਦੇ ਹੋ। When you read in the Job, you can read it. ਜਦ ਤੁਸੀਂ ਅਯੂਬ ਦੀ ਕਿਤਾਬ ਦੇ ਵਿੱਚੋਂ ਪੜ੍ਹੋ ਤਾਂ ਇਸ ਦੇ ਬਾਰੇ ਪੜ੍ਹ ਸਕਦੇ ਹੋ। When the war comes, ਜਦ ਯੁੱਧ ਜਾਂ ਲੜਾਈ ਆਉਂਦੀ ਹੈ, read that Job 39, I think so. ਪੜਾਂਗੇ ਅਯੂਬ ਦੀ ਕਿਤਾਬ 39 ਦੀ ਹੈ। Maybe. So horse, when they take the smell of the war, ਇਸ ਕਰਕੇ ਜਦ ਘੋੜਾ ਯੁੱਧ ਦੀ ਖੁਸ਼ਬੂ ਸੁੰਘਦਾ ਹੈ ਤਾਂ the horse will not run away back. ਅਤੇ ਘੋੜਾ ਕਦੇ ਪਿੱਛੇ ਨਹੀਂ ਮੁੜਦਾ। When the smell comes, 22 39 22 39, 22 22, 21 22 21, 22. ਉਹ ਵਾਦੀ ਵਿੱਚ ਟਾਪ ਮਾਰਦਾ ਹੈ ਅਤੇ ਆਪਣੇ ਬਲ ਵਿੱਚ ਖੁਸ਼ ਹੁੰਦਾ ਹੈ। ਉਹ ਸ਼ਸਤਰਾਂ ਦੇ ਟਾਕਰੇ ਲਈ ਨਿਕਲਦਾ ਹੈ। ਉਹ ਡਰ ਉੱਤੇ ਹੱਸਦਾ ਹੈ ਅਤੇ ਘਾਬਰਦਾ ਨਹੀਂ। ਉਹ ਤਲਵਾਰ ਦੇ ਅੱਗੋਂ ਮੂੰਹ ਨਹੀਂ ਮੋੜਦਾ। He poweth in the valley and rejoiceth in his strength. He goeth on to meet the armed men. He mocketh at fear and is not affrighted, neither turneth he back from the sword. When the war smell comes, ਜਦ ਤੁਰੀ ਵੱਜਦੀ ਹੈ ਉਹ ਹਿਣਕਦਾ ਤੇ ਲੜਾਈ ਨੂੰ ਦੂਰੋਂ ਸੁੰਘ ਲੈਂਦਾ ਹੈ। 25 horse, 25, horse will be revived. ਤੇ ਘੋੜਾ ਬੇਦਾਰ ਹੋ ਜਾਂਦਾ ਹੈ। They will make very strong and revive. ਤੇ ਉਹ ਬਹੁਤ ਹੀ ਬਲਵੰਤ ਬਣ ਜਾਂਦੇ ਨੇ, ਮਜ਼ਬੂਤ ਹੋ ਜਾਂਦੇ ਹੈ And ready to go forward to join in the war. ਤੇ ਯੁੱਧ ਦੇ ਵਿੱਚ ਅੱਗੇ ਜਾ ਕੇ ਮਿਲਣ ਦੇ ਲਈ ਤਿਆਰ ਹੋ ਜਾਂਦੇ ਹੈ। वो उतना साउंड मारते रहता, ਉਹ ਇੰਨੀ ਜ਼ਿਆਦਾ ਆਵਾਜ਼ ਕਰਦੇ ਰਹਿੰਦਾ ਹੈ, भागते रहता, ਦੌੜਦਾ ਰਹਿੰਦਾ ਹੈ। युद्ध का सामना करते रहता, ਉਹ ਯੁੱਧ ਦਾ ਸਾਹਮਣਾ ਕਰਦੇ ਹੈ, डरता नहीं. ਡਰਦਾ ਨਹੀਂ। That is a Christian life. ਇਹੀ ਮਸੀਹੀ ਜੀਵਨ ਹੈ। In your trials and temptation, you must be strong. ਤੁਹਾਨੂੰ ਆਪਣੀਆਂ ਪਰਖਾਂ ਅਜ਼ਮਾਇਸ਼ਾਂ ਦੇ ਵਿੱਚ ਬਲਵੰਤ ਹੋਣਾ ਚਾਹੀਦਾ ਹੈ। You must be face the enemies. ਤੁਹਾਨੂੰ ਦੁਸ਼ਮਣ ਦਾ ਸਾਹਮਣਾ ਕਰਨਾ ਚਾਹੀਦਾ ਹੈ। Fight a good fight ਅੱਛੀ ਲੜਾਈ ਲੜੋ and get the victory in the name of Jesus. ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਫਤਹ ਪਾਓ। Surrender your life ਆਪਣਾ ਜੀਵਨ ਸਮਰਪਿਤ ਕਰਾਂਗੇ। and receive the grace of God. ਪਰਮੇਸ਼ਰ ਦੀ ਕਿਰਪਾ ਪ੍ਰਾਪਤ ਕਰਾਂਗੇ। Receive the anointing of the Lord. ਪਰਮੇਸ਼ਰ ਦੇ ਮਸਾਂ ਨੂੰ ਪ੍ਰਾਪਤ ਕਰਾਂਗੇ। Lord, I want to stand for you. ਪ੍ਰਭੂ ਮੈਂ ਤੇਰੇ ਲਈ ਖੜਾ ਰਹਿਣਾ ਚਾਹੁੰਦਾ ਹਾਂ। I will suffer in my body. ਮੈਂ ਤੇਰੇ ਲਈ ਆਪਣੇ ਸਰੀਰ ਵਿੱਚ ਦੁੱਖ ਉਠਾਵਾਂਗਾ। When the wind and air will come, I will stand with the roots of the love.
आते जद हनेरी ते झक्खड़ चुलणगे तां मैं प्रेम दी जड़ दे विच खड़ा रहांगा। When the blame and persecution come, I will stand, O God. जद दोष ते सताव आएगा तो प्रभु मैं तेरे लिए खड़ा रहांगा। When the persecution come, I will stand for you. जद सता आएगा तो मैं तेरे लिए खड़ा रहांगा। Only give thy grace, O God. प्रभु केवल अपनी कृपा दे। Give the anointing, O God. हे परमेश्वर अपना मसा दे। Open your mouth and pray. अपना मुंह खोल के प्रार्थना करांगे। Right now, God will give the grace anointing. हुणे ही परमेश्वर तुहानू कृपा ते मसा देवेगा। Great anointing. बहुत बड़ा मसा देवेगा। Great grace. बहुत बड़ी कृपा देवेगा। Because Lord called you क्योंकि प्रभु ने तुहानू सद्या है to live a green olive tree. एक हरा भरा जैतून दा रुख वाला जीवन व्यतीत करन Live दे a लिए। green olive tree in the house of God. परमेश्वर दे घर दे विच हरा भरा जैतून दे रुख वांगू। We are the green tree in the house of God, that is a church. आसी परमेश्वर दे घर दे विच हरे भरे जैतून दे रुख वांगा जो कि कलीसिया है। Open your mouth. अपना मुंह खोलांगे। Lord, I want grace and anointing. परमेश्वर मैनू तेरी कृपा ते मसा चाहिदा है। Open your mouth and pray. अपना मुंह खोल के प्रार्थना करांगे। Randara Sharandara Shandara Manakatrandara Sharandara Rakashyalabadri Namanakatrandara. जैतून रुख वांग अपने कर्जे लगा दी, प्यार विच जड़ी न मजबूत बना दी। जैतून रुख वांग अपने कर्जे लगा दी, प्यार विच जड़ी न मजबूत बना दी। अज दी बरा दे तू आत्मा दी वर्गा, हरे भरे रहांगे सारे जीवन पर। अज दी बरा दे तू आत्मा दी वर्गा, हरे भरे रहांगे सारे जीवन पर। हर रुख वांग अपने कर्ज लगा दी, प्यार विच जड़ नू मजबूत बना दी। जैतून रुख वांग अपनी कर्ज लगा दी, प्यार विच जड़ नू मजबूत बना दी। अज दी बरा दे तू आत्मा दी वर्गा, हरे भरे रहांगे सारे जीवन पर। अज दी बरा दे तू आत्मा दी वर्गा, हरे भरे रहांगे सारे जीवन पर। अज ही बरा दे तू आत्मा दी वर्गा, हरे भरे रहांगे सारे जीवन पर। अज ही बरा दे तू आत्मा दी वर्गा, हरे भरे रहांगे सारे जीवन पर। अज ही बरा दे तू आत्मा दी वर्गा, हरे भरे रहांगे सारे जीवन पर। अज ही बरा दे तू आत्मा दी वर्गा, हरे भरे रहांगे सारे जीवन पर। अज ही बरा दे तू आत्मा दी वर्गा, हरे भरे रहांगे सारे जीवन पर। Amen. 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 गो जंगल के सफर में परीक्षाओं से हम गुजरे, यीशु को प्यार हम करे, प्रश्न कभी ना पूछे। हो जंगल के सफर में परीक्षाओं से हम गुजरे, यीशु को प्यार हम करे। हालेलुया। प्रश्न कभी ना पूछे। गो जंगल के सफर में हालेलुया। परीक्षाओं से हम गुजरे, यीशु को प्यार हम करे। और प्रश्न कभी ना पूछे। सिद्ध वो बनाएगा, स्वर्ग ले जाएगा। सिद्ध वो बनाएगा, स्वर्ग ले जाएगा। महिमा में जब आएगा,
सब पहुँचेगा। वो हमारी दुख मिटा के आंसू सब पहुँचेगा। वो जंगल के सफर में परीक्षाओं से हम गुजरे, आमीन। यीशु को प्यार हम करें, आमीन। ऑपरेशन कभी ना पूछे। आमीन। वो जंगल के सफर में परीक्षाओं से हम आमीन। गुजरे, यीशु को प्यार हम करें, हालेलुया। ऑपरेशन कभी ना पूछे। सीधे वो बनाएगा स्वर्ग ले जाएगा, सीधे वो बनाएगा स्वर्ग ले जाएगा। आमीन। महिमा में जब आएगा वो हमारी दुख मिटा के आंसू सब पहुँचेगा। 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 हालेलुया। वो हमारी दुख मिटा के आंसू सब पहुँचेगा। वो हमारी दुख मिटा के आंसू सब पहुँचेगा। Amen. 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 अनुग्रह दे अभिषेक दे प्रभु अनुग्रह दे अभिषेक दे हालेलुया 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 ਇਹ ਦੁੱਖਾਂ ਦਾ ਸਫ਼ਰ ਚੱਲਦਾ ਜਾਵਾਂਗਾ। ਇਹ ਦੁੱਖਾਂ ਦਾ ਸਫ਼ਰ ਚੱਲਦਾ ਜਾਵਾਂਗਾ। ਆਈ ਤੂਫਾਨ ਭਾਵੇਂ ਨੁਕਸਾਨ, ਆਮੀਨ। ਆਈ ਤੂਫਾਨ आमीन ਭਾਵੇਂ ਨੁਕਸਾਨ, ਮੈਂ ਚੱਲਾਂਗਾ। ਇਹ ਦੁੱਖਾਂ ਦਾ ਸਫ਼ਰ ਚੱਲਦਾ ਜਾਵਾਂਗਾ। ਹਾਲੇਲੂਇਆ। ਇਹ ਦੁੱਖਾਂ ਦਾ ਸਫ਼ਰ ਚੱਲਦਾ ਜਾਵਾਂਗਾ। ਹਾਲੇਲੂਇਆ। ਆਈ ਤੂਫਾਨ ਭਾਵੇਂ ਨੁਕਸਾਨ, ਆਈ ਤੂਫਾਨ ਭਾਵੇਂ ਨੁਕਸਾਨ, ਮੈਂ ਚੱਲਾਂਗਾ। ਇਹ ਦੁੱਖਾਂ ਦਾ ਸਫ਼ਰ ਚੱਲਦਾ ਜਾਵਾਂਗਾ। ਇਹ ਦੁੱਖਾਂ ਦਾ ਸਫ਼ਰ ਚੱਲਦਾ ਜਾਵਾਂਗਾ। ਆਈ ਤੂਫਾਨ ਭਾਵੇਂ ਨੁਕਸਾਨ, 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 ਆਈ ਤੂਫਾਨ ਭਾਵੇਂ ਨੁਕਸਾਨ। आमीन 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 मसीह के लिए दुख उठाने के लिए प्रभु अपने को बुलाया और दुख है उसमें महिमा है इसलिए धन्यवाद करेंगे ਪਰਮੇਸ਼ਰ ਨੇ ਸਾਨੂੰ ਮਸੀਹ ਦੇ ਲਈ ਦੁੱਖ ਉਠਾਉਣ ਦੇ ਲਈ ਬੁਲਾਇਆ। ਜੇਕਰ ਦੁੱਖ ਹੈ ਤਾਂ ਉਸ ਦੇ ਲਈ ਮਹਿਮਾ ਵੀ ਹੈ, ਉਸ ਦੇ ਲਈ ਤਾਰੀਫ ਕਰਾਂਗੇ। Praise the Lord, 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 praise the Lord. प्रेयर रिक्वेस्ट आया, बहुत कुछ विनती का पत्र आया। ਬਹੁਤ ਸਾਰੇ ਪ੍ਰਾਰਥਨਾ ਦੇ ਮੰਗ ਪੱਤਰ ਆਏ ਹਨ। प्रभु
और वो सब कुछ मंजूर करके, सबको प्रभु उत्तर देके, सबको छुटकारा देने के लिए 1 मिनट प्रार्थना करेंगे। ਪਰਮੇਸ਼ਰ ਸਭ ਦੇ ਪ੍ਰਾਰਥਨਾ ਦੇ ਮੰਗ ਪੱਤਰਾਂ ਨੂੰ ਸਵੀਕਾਰ ਕਰਨਾ ਚਾਹੀਦਾ, ਉਹਨਾਂ ਨੂੰ ਦੇਖਣਾ ਚਾਹੀਦਾ, ਉਹਨਾਂ ਨੂੰ ਛੁਟਕਾਰਾ ਦੇਣਾ ਚਾਹੀਦਾ। 1 ਮਿੰਟ ਦੇ ਲਈ ਪ੍ਰਾਰਥਨਾ ਕਰਾਂਗੇ। बाबा प्रभु, कितना लोग लिख के दिया, कितना लोग विनती किया, कितना लोग प्रभु मांगा, विनती किया प्रभु, उसके मानंद सब कुछ होना प्रभु, उसके मानंद छुटकारा, चंगाई, उसके मानंद परिवार में छुटकारा, अनेक कामों में अद्भुत काम करना, अद्भुत काम करना, अद्भुत काम करना, यीशु मसीह के नाम से मांगते हैं, आमीन। तारीफ करेंगे, ਤਾਰੀਫ ਕਰਾਂਗੇ। प्रेज़ लॉर्ड, प्रेज़ लॉर्ड। पिता पुत्र पवित्र आत्मा परमेश्वर को दंडवत करते हुए धन्यवाद करेंगे। ਪਿਤਾ ਪੁੱਤਰ ਪਵਿੱਤਰ ਆਤਮਾ ਪਰਮੇਸ਼ਰ ਨੂੰ ਦੰਡਵਤ ਕਰਦੇ ਹੋਏ ਤਾਰੀਫ ਕਰਾਂਗੇ। प्रेज़ लॉर्ड, प्रेज़ लॉर्ड, प्रेज़ लॉर्ड, प्रेज़ लॉर्ड। और अब जिंदा परमेश्वर, हम तेरा धन्यवाद करते खुदावंदा परमेश्वर। अब तक का पहले दिन तेरा सिर में आकर खुदावंदा आराधना करने के लिए तूने सब लोगों को तूने मदद किया, धन्यवाद करते खुदा बाप। कृष्ण का सेवा को आशीष दिया खुदावंदे, पवित्र आत्मा का अभिषेक से खुदावंद सब लोगों को जिलाया, नया शक्ति दिया, नया जीवन दिया, इसलिए धन्यवाद करते खुदावंदा। जीवित वचन को भी हमारा सामने हमको प्रकट करके दिया खुदावंदा। दरख्त को माने खुदावंद हम लोग खुदावंद मजबूत रहना चाहिए। मैं हमारा कुछ में दुखों में सब बातों में खुदावंद मसीह के ऊपर भरोसा रखकर खुदावंदा, विश्वास रखकर खुदावंद हम लोग खुदावंद इसमें से स्थिर रहकर खुदावंदा विश्वास में आगे बढ़ने के लिए परमेश्वर मदद करना चाहिए खुदावंदा। हर रोज हर लम्हा खुदावंदा वचन को ध्यान करने के लिए परमेश्वर मदद करने के लिए हम तेरे से दुआ करते हैं। कितना लोग दुख बीमारी कष्टों में हैं, उनको सबको खुदावंद सुनने वाला वचन उनको जीवन में काम करना चाहिए, प्रतिफल पाने के लिए खुदा मदद करने के लिए हम तेरे से दुआ करते खुदावंदा। हम तेरा बिना कुछ भी नहीं कर सकता प्रभु, तेरे से खुदा बने रहकर खुदावंद आशीष को प्राप्त करने के लिए मदद करना चाहिए खुदावंदा। वचन में जीवन मिलता है खुदावंद, उसको जीवन के साथ हम आगे बढ़ने के लिए मदद करने के लिए हम तेरे से विनती करते खुदावंदा। परमेश्वर सारे शत्रुताई को पर जय पाने के लिए खुदावंदा हमको वचन दिया खुदावंदा। सारी बातों में जय पाना चाहिए खुदावंदा। परमेश्वर हम कठिन नहीं होना चाहिए, हम नम्र होना चाहिए खुदावंद, नम्र दिल का होना चाहिए खुदावंदा। परमेश्वर एक मन एक दिल का होना चाहिए खुदावंदा। हमारे दिल को कठिन नहीं बनना चाहिए खुदावंद। हमारे दिल में खुदावंद सारे बातों को सहने के लिए कृपा देना चाहिए। सारे बातों को खुदावंद यीशु मसीह सुनकर खुदावंद हम पवित्र सिद्ध होने के लिए हम तैयार रहना चाहिए खुदावंद। हर वक्त हर अल्लाह खुदावंद तूने सुना होगा वचन हमारे जीवन में फलदायक बनने के लिए, हमारे जीवन को संभालने के लिए, आशीष प्राप्त करने के लिए परमेश्वर तो मदद करने के लिए हम तेरे से दुआ करते खुदावंद। कितना लोग अभी बीमारी कष्ट में आया खुदावंद, वचन को दोबारा खुदावंद शिफा तंदुरुस्त ताकत पाने के लिए खुदावंद हम तेरे से दुआ करते खुदावंद। हमारे बेटी को शुरू से आगे तक तूने संभाला चलाया, धन्यवाद करते खुदावंद यीशु मसीह। कितना लोग कष्टों में दुखों में उनको जय देकर संभालने के लिए खुदावंद हम तेरे से दुआ करते खुदावंद। तेरा बिना हम कुछ नहीं कर सकता खुदावंदा। वचन में जीवन मिलता है खुदावंद, सारे आशीष को मिलता है खुदावंदा। ये सारे आशीष को पाकर खुदावंद हमारे जीवन को संभालने के लिए स्वर्ग राज्य में प्रवेश करने के लिए परमेश्वर हम सब लोगों को मदद करने के लिए हम तेरे से दुआ करते हैं। कितना लोग आया, सबको तूने आशीष दिया खुदावंदा, धन्यवाद करते हैं। हर एक कन्वेंशन है, हर एक मीटिंग में खुदावंद अच्छा मौसम देना चाहिए खुदावंदा। सारे लोगों को हम जो जाना है उनका रास्ता खोलना चाहिए, कोई गड़बड़ नहीं होना चाहिए खुदावंद। बारिश के कारण कोई भी खुदावंदा नष्ट नहीं होना चाहिए खुदावंद। अच्छा मौसम देकर हमारे सेवा को खुदावंद आशीष देने के लिए हम तेरे से दुआ करते हैं। आनंद जाने में साथ रहना चाहिए खुदावंद। इधर का कन्वेंशन को भी तो आशीष देना चाहिए खुदावंद। सारे बातों में खुदावंद परमेश्वर के लिए जीवन बिताकर काम करके खुदावंद तेरे से हम लोग प्रतिफल पाकर खुदावंद स्वर्ग राज्य में प्रवेश करने के लिए मदद करना चाहिए खुदावंद। कई बात के लिए दुआ करने के लिए उन्हें कृपा दिया खुदावंद, धन्यवाद करते खुदावंद। सारे लोगों को आने वाले सारे लोगों का आशीष है खुदावंद। आखिर तक स्थिर रहकर स्वर्ग सीन में पहुंचने के लिए मदद करना खुदावंदा। परमेश्वर फिर भी कमियां घटिया को क्षमा करना चाहिए खुदावंद। हम तो इंसान है खुदावंद, कभी भी गिर जाते खुदावंदा। गिरावट से दूर करके खुदावंद मजबूत देने के लिए रहने के लिए हमको मदद करने के लिए हम तेरा से दुआ करते खुदावंदा। तेरा बिना हम अकेला कुछ नहीं कर सकता, तुझमें बने रहकर स्थिर रहकर खुदावंद जीवन को बिताना, पवित्र को जीवन को बिताना, इस वजह से जीवन को बिताना हम संभाल कर रहकर खुदावंदा तेरा राज्य में प्रवेश करने के लिए मदद करना चाहिए। कितना लोग आया, सबको आशीष दिया, धन्यवाद करते खुदावंद यीशु मसीह। परमेश्वर कितना लोग दुख में कष्ट में आया, उनको सबको दुख कष्ट को दूर करके खुदावंद यीशु मसीह का खुशी आनंद से वापस जाने के लिए मदद
करने के लिए हम तेरे से दुआ करते हैं। तेरा हम के लिए सबको तैयार कर, हमारे आत्मा प्राण देख तेरा आत्मा में सौंपते हैं, बाकी समय सबको साथ रहे, यीशु मसीह के नाम से मांगते हैं। Amen. Now may the grace of Lord Jesus Christ, the love of God, the sweet fellowship of the Holy Ghost rest abide with us till Jesus returns in his glory. Amen. Hallelujah. 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 सबको praise the Lord.